ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਨਿਕਟ ਰਹਿਓ ਗੁਰਦਾਸ ਇੱਕ ਲਿਖਨ ਸੁਨਨ ਕੇ ਹੇਤ ਕੇਤਿਕ ਸੇਵਕ ਅਪਰ ਜੇ
ਬੈਠਹਿ ਹੋਹਿ ਸੁਚੇਤ। ਨਿਕਟ ਰਹਿਓ ਗੁਰਦਾਸ ਇਕ, ਲਿਖਨ ਸੁਨਨ ਕੇ ਹੇਤ। ਕੇਤਿਕ ਸੇਵਕ ਅਪਰ ਜੇ, ਬੈਠਹਿ ਹੋਹਿ ਸੁਚੇਤ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨਾ ਬੰਧੂ ਭਗਤ ਵਛਲ, ਹਾਜ਼ਰਾ ਹਜੂਰ ਜਹਰਾ ਜਹੂਰ, ਗੁਰੂ ਗਰੀਬ ਨਵਾਜ। 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਬਾਣੀ ਕੇ ਬੋਹਿਤ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਨਿੱਘੀ ਗੋਦ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਨਿਤਾ ਪ੍ਰਤ ਪ੍ਰਾਪਤ ਹੋ ਰਿਹਾ ਹੈ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਧਿਆਏ ਰਾਮ। ਜੀਵਾਂ ਦੀ ਕਲਿਆਣ ਕਰਨ ਵਾਲਾ ਉਸ ਪਰਮੇਸ਼ਰ ਦਾ ਨਾਮ, ਜੋ ਪਰਮੇਸ਼ਰ ਦਾ ਹੀ ਰੂਪ ਹੈ, ਉਹ ਜਪਣ ਵਾਲੇ ਜਿਸ ਜੀਵ ਦੇ ਹਿਰਦੇ ਵਿੱਚ ਅਧਿਸ਼ਠਾਨ ਹੋ ਜਾਂਦਾ ਹੈ, ਬੈਠ ਜਾਂਦਾ ਹੈ, ਵਾਸਾ ਕਰ ਲੈਂਦਾ ਹੈ, ਫਿਰ ਉਹੀ ਸਾਧ ਸੰਗਤ ਜੀ ਜੀਵ ਪੂਜਣੇ ਯੋਗ ਹੋ ਜਾਂਦੇ ਆ। ਜਿਨ ਮਾਨਸ ਤੇ ਦੇਵ ਤੇ ਕੀਏ, ਕਰਤ ਨ ਲਾਗੀ ਵਾਰ। ਇਹ ਨਾਮ ਹੈ ਜੋ ਸਾਧ ਸੰਗਤ ਜੀ ਪ੍ਰੇਤਾਂ ਵਰਗੇ ਕੌਡੇ ਰਾਖਸ਼ ਤੋਂ ਇਲਾਵਾ ਹੋਰ ਬੜੇ ਨਖਿੱਧ ਜੂਨੀਆਂ ਦੇ ਜੀਵਾਂ ਨੂੰ ਉੱਚੀਆਂ ਪਦਵੀਆਂ ਬਖਸ਼ੀਆਂ। ਉਸ ਪਾਵਨ ਪਵਿੱਤਰ ਅਕਾਲ ਪੁਰਖ ਪਰਮੇਸ਼ਰ ਦੀ ਸੋਭਾ ਸਿਫਤ ਸਲਾਘਾ ਸ਼ਰਵਣ ਕਰਨ ਦਾ ਸੁਭਾਗ ਨਿਤਾ ਪ੍ਰਤੀ ਪ੍ਰਾਪਤ ਹੁੰਦਾ ਹੈ। ਜਥਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪਾਂ ਲੜੀਵਾਰ ਕਥਾ ਸ਼ਰਵਣ ਕਰਦਿਆਂ ਸੁਣਿਆ ਵਿਚਾਰਿਆ ਹੈ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਰ 4 ਪਾਤਸ਼ਾਹੀਆਂ ਤੀਕਰ, ਭਾਵ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਤੀਕਰ ਜਿੰਨੀ ਵੀ ਬਾਣੀ ਉਚਾਰੀ ਗਈ ਹੈ ਸੀ, ਉਹ ਸਾਰੀ ਪਾਵਨ ਪਵਿੱਤਰ ਗੁਰਬਾਣੀ ਪੋਥੀਆਂ ਰੂਪ ਸੀ। ਤੇ ਗੋਇੰਦਵਾਲ ਸਾਹਿਬ ਤੋਂ ਨੰਗੇ ਪੈਰੀਂ ਪਾਲਕੀ ਸਾਹਿਬ ਨੂੰ ਚੌਰ ਸਾਹਿਬ ਕਰਦੇ ਹੋਏ ਪੋਥੀਆਂ ਸੁਭਾਏਮਾਨ ਉਸ ਪਾਲਕੀ ਵਿੱਚ ਕਰਕੇ ਸ਼ਹੀਦਾਂ ਦੇ ਸਰਤਾਜ ਨਿਮਰਤਾ ਸ਼ਾਂਤੀ ਦੇ ਪੁੰਜ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਲੈ ਕਰਕੇ ਆਏ। ਤੇ ਉਸੇ ਦਿਨ ਹੀ ਇੱਕ ਰਾਤ ਰਹਿਣ ਸਬਾਈ ਕੀਰਤਨ ਹੋਇਆ। ਉਸ ਤੋਂ ਬਾਅਦ ਅਗਲੇ ਦਿਨ ਜਗ੍ਹਾ ਨਿਯੁਕਤ ਕੀਤੀ ਗਈ ਜਿੱਥੇ ਇਹਨਾਂ ਪੋਥੀਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰੂਪ ਦਿੱਤਾ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਸਾਥ ਹਨ ਤੇ ਸਾਡੇ ਜੀਵਾਂ ਦੀ ਕਲਿਆਣ ਹਿਤ ਖਾਲਸਾ ਜੀ ਮਹਾਨ ਤੀਰਥ ਦਾ ਨਿਰਮਾਣ ਕਰਨ ਵਾਸਤੇ ਗਰੀਬ ਨਵਾਜ ਮਹਾਰਾਜ ਜੀਆਂ ਨੇ ਜੋ
ਅੰਮ੍ਰਿਤ ਸਰੋਵਰ ਦੇ ਪੂਰਬ ਵਾਲੇ ਪਾਸੇ ਜੋ ਰਾਮਸਰ ਸਾਹਿਬ ਦਾ ਪਾਵਨ ਹੁਣ ਵੀ ਸਥਾਨ ਹੈ, ਇਹ ਜਗ੍ਹਾ ਖਾਲਸਾ ਜੀ ਮਹਾਰਾਜ ਨੇ ਚੁਣੀ ਹੈ ਸੀ। ਭਾਈ ਗੁਰਦਾਸ ਜੀ ਵਰਗੇ ਗੁਰਮੁਖਾਂ ਨੇ ਉਸ ਸਾਰੀ ਜਗ੍ਹਾ ਨੂੰ ਸੋਹਣੀ ਤਰ੍ਹਾਂ ਸਾਫ਼ ਕੀਤਾ। ਗਰੀਬ ਨਵਾਜ ਵਾਸਤੇ ਤੰਬੂ ਚਦੋਆ ਸਾਹਿਬ ਚਲਾਏ ਗਏ ਔਰ ਇਸੇ ਤਰ੍ਹਾਂ ਸਭ ਵਿਛਾਈਆਂ ਕੀਤੀਆਂ। ਸੰਗਤ ਦੇ ਦੀਵਾਨ ਸਜਣ ਸਜਾਉਣ ਦਾ, ਬੈਠਣ ਦਾ ਸਾਰਾ ਪ੍ਰਬੰਧ ਕੀਤਾ। ਅਗਲੇ ਦਿਨ ਅੰਮ੍ਰਿਤ ਵੇਲੇ ਦਾ ਇਸ਼ਨਾਨ ਪਾਣ ਸੋਧਦੇ ਹੋਏ ਸੱਚੇ ਪਾਤਸ਼ਾਹ ਜੀ ਇੱਥੇ ਆਏ ਔਰ ਸਾਰਾ ਦਿਨ ਦੀਵਾਨ ਸਜੇ। ਸੱਚੇ ਪਾਤਸ਼ਾਹ ਜੀਆਂ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸਣਾ ਕੀਤਾ ਕਿ ਹੇ ਬਾਬਾ ਜੀ, ਹੁਣ ਸੰਗਤਾਂ ਬਹੁਤ ਆਉਣਗੀਆਂ, ਸਾਡੇ ਦਰਸ਼ਨਾਂ ਨੂੰ, ਸਭ ਸੰਗਤਾਂ ਨੂੰ ਸਾਂਭਣ ਦੀ ਜਿਹੜੀ ਜ਼ਿੰਮੇਵਾਰੀ ਤੁਹਾਡੀ ਹੈ। ਅਸੀਂ ਭਾਈ ਗੁਰਦਾਸ ਸਾਹਿਬ ਜੀਆਂ ਨੂੰ ਲਿਖਾਰੀ ਲਾ ਕਰਕੇ ਇਹ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪਾਵਨ ਬਾਣੀ ਲਿਖਵਾਵਾਂਗੇ। ਸਾਰਾ ਪ੍ਰਬੰਧ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਦਾ ਤੁਹਾਡੇ ਹੱਥ ਹੈ। ਸਾਡੇ ਵਾਂਗੂ ਤੁਸੀਂ ਸੰਗਤਾਂ ਨੂੰ ਦਰਸ਼ਨ ਬਖਸ਼ਣੇ ਹੈ, ਉਪਦੇਸ਼ ਵੀ ਦੇਣਾ ਹੈ, ਸੰਗਤਾਂ ਦੀਆਂ ਭੇਟਾਵਾਂ ਵੀ ਅੰਗੀਕਾਰ ਕਰਨੀਆਂ ਹਨ ਤੇ ਅੰਮ੍ਰਿਤਸਰ ਸਾਹਿਬ ਦਾ ਮਹਾਤਮ ਵੀ ਦੱਸਣਾ ਹੈ। ਬਾਬਾ ਬੁੱਢਾ ਸਾਹਿਬ ਦੀ ਆਖਿਆ, ਮਹਾਰਾਜ ਜੇ ਸੰਗਤਾਂ ਕੋਈ ਅਰਦਾਸ ਕਰਨਗੀਆਂ ਮੰਗਣ ਵਾਸਤੇ ਤੇ ਮਹਾਰਾਜ ਸਾਡੇ ਵਿੱਚ ਤਾਂ ਸਮਰੱਥਾ ਹੀ ਨਹੀਂ ਹੈ। ਭਾਵੇਂ ਕਿ ਸਮਰੱਥਾ ਦੇ ਪੂਰੇ ਸੂਰੇ ਆ ਬਾਬਾ ਬੁੱਢਾ ਸਾਹਿਬ ਜੀ, ਪਰ ਨਿਮਰਤਾ ਨਾਲ ਕਹਿ ਰਿਹਾ ਵੀ ਮਹਾਰਾਜ ਤੁਹਾਡੀ ਬਰਾਬਰੀ ਕਿੱਥੇ ਸਾਡੇ ਵਿੱਚ। ਤੋ ਵਰਦਾਨ ਰੂਪ ਬਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਮੁੱਖੋਂ ਉਚਾਰੇ ਕਿ ਬਾਬਾ ਜੀ, ਜਿੰਨਾ ਸਮਾਂ ਉੱਥੋਂ ਅਸੀਂ ਗੈਰ ਹਾਜ਼ਰ ਹਾਂ, ਸਰੂਪ ਲਿਖਿਆ ਜਾਵੇਗਾ, ਤੁਹਾਡੀ ਰਸਨਾ ਤੇ ਅਸੀਂ ਵਸਾਂਗੇ। ਆਪਦੇ ਮੁੱਖੋਂ ਜਿਹੜਾ ਵੀ ਬਚਨ ਤੁਸੀਂ ਕਰਿਆ ਕਰੋਗੇ ਤੇ ਇਹ ਬਚਨ ਸੰਪੂਰਨ ਹੋਇਆ ਕਰੇਗਾ ਤਤਕਾਲ ਹੀ। ਤੇ ਇਸ ਕਰਕੇ ਮਨ ਵਿੱਚ ਇਹ ਨਹੀਂ ਕਦੇ ਸੰਸਾ ਲਿਆਉਣਾ ਵੀ ਸਾਡਾ ਕਿਆ ਬਚਨ ਪੂਰਾ ਹੋਵੇ ਕਿ ਨਾ। ਤੁਹਾਡਾ ਕਿਹਾ ਹੋਇਆ ਬਚਨ ਅੱਜ ਤੋਂ ਸਾਡਾ ਭਾਵ ਗੁਰੂ ਅਰਜਨ ਦੇਵ ਦਾ ਬਚਨ ਹੋਵੇਗਾ। ਇਸ ਤਰ੍ਹਾਂ ਦੀ ਵਡਿਆਈ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ੀ ਤੋਂ ਖਾਲਸਾ ਜੀ ਜਿੰਨਾ ਸਮਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਲਿਖੇ ਗਏ, ਇਹ ਸਾਰੀ ਸੇਵਾ ਜਿੰਨਾ ਸਮਾਂ ਸਤਿਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਸਾਹਿਬ ਜੀ ਨਾਲ ਮਿਲ ਕੇ ਕਰ ਰਹੇ ਹੈ ਰਾਮਸਰ ਸਾਹਿਬ ਵਾਲੇ ਸਥਾਨ ਤੇ ਇੱਧਰ ਬਾਬਾ ਬੁੱਢਾ ਸਾਹਿਬ ਦੀਆਂ ਅੰਮ੍ਰਿਤਸਰ ਸਾਹਿਬ ਤੇ ਹਰਿਮੰਦਰ ਸਾਹਿਬ ਦੀ ਸਾਰੀ ਸੇਵਾ ਸਾਂਭੀ ਸੰਗਤਾਂ ਨੂੰ ਸੰਭਾਲਿਆ ਹੈ। ਇਹ ਕਥਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕੀਤਾ। ਅੱਗੇ ਜਿਵੇਂ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਪਵਿੱਤਰ ਸਰੂਪ ਦੀ ਲਿਖਾਈ ਗੁਰਬਾਣੀ ਲਿਖੀ ਜਾਣ ਲੱਗੀ, ਉਹ ਪ੍ਰਸੰਗ ਆਰੰਭ ਹੋ ਰਹੇ ਹਨ। ਚਿਤ ਬਿਰਤੀਆਂ ਕਾਗਰ ਕਰੀਏ ਜੀ, ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਕਟ ਰਹਿਓ ਗੁਰਦਾਸ ਇੱਕ। ਤੋ ਸਾਰੇ ਸਿੱਖਾਂ ਨੂੰ ਮਹਾਰਾਜ ਸਤਿਗੁਰਾਂ ਨੇ ਭੇਜ ਦਿੱਤਾ ਵੀ ਭਾਈ ਹੁਣ ਇੱਥੇ ਨਾ ਕੋਈ ਆਵੇ। ਇੱਥੋਂ ਤੀਕਰ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਆਖ ਦਿੱਤਾ ਵੀ ਤੁਸੀਂ ਜ਼ਿਆਦਾਤਰ ਸਮਾਂ ਸੰਗਤਾਂ ਵਿੱਚ ਹੀ ਬਤੀਤ ਕਰੋਗੇ। ਹਰਿਮੰਦਰ ਸਾਹਿਬ ਸਭ ਸੰਗਤਾਂ ਘਰਾਂ ਨੂੰ ਚਾਲੇ, ਆਪੋ ਆਪਣੇ ਸਥਾਨਾਂ ਨੂੰ ਚਾਲੇ ਪਾਏ ਤੇ ਹਜ਼ੂਰ ਸਤਿਗੁਰਾਂ ਦੇ ਪਾਸ ਕੇਵਲ ਤੇ ਕੇਵਲ ਭਾਈ ਗੁਰਦਾਸ ਜੀ ਇਕੱਲੇ ਰਹਿ ਗਏ ਹੈ। ਲਿਖਨ ਸੁਨਨ ਕੇ ਹੇਤ ਉਹਨਾਂ ਨੂੰ ਤਾਂ ਮਹਾਰਾਜ ਜੀਆਂ ਰੱਖਿਆ ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਿਆ ਜਾਣਾ ਉਹਦੇ ਲਿਖਾਰੀ ਲੱਗਣਗੇ ਭਾਈ ਸਾਹਿਬ ਜੀ। ਗਰੀਬ ਨਵਾਜ ਮਹਾਰਾਜ ਤੋਂ ਸੁਣਨਗੇ ਜੋ ਬਾਣੀ ਉਹਨੂੰ ਲਿਖਣ ਦਾ ਕਾਰਜ ਕਰਨਗੇ। ਕੇਤਿਕ ਸੇਵਕ ਅਪਰ ਜੇ ਉਸ ਤੋਂ ਇਲਾਵਾ ਕੁਝ ਕੁ ਜਿਹੜੇ ਸਿੱਖ ਸੇਵਕ ਹੋਰ ਵੀ ਬੈਠਾ ਹੈ ਹੋਏ ਸੁਚੇਤ ਬੈਠੇ ਹੋਏ ਸਨ ਸੁਚੇਤ ਹੋ ਕੇ ਪੂਰੇ ਇਕਾਗਰਤਾ ਸਹਿਤ। ਚਉਪਈ
ਨਿਕਟ ਨ ਪਹੁੰਚਹਿ ਬਿਨਾ ਤੇ ਬੁਲਾਏ। ਇਸ ਤਰ੍ਹਾਂ ਮਹਾਰਾਜ ਨੇ ਨਿਯਮ ਬੰਨ੍ਹ ਦਿੱਤਾ ਵੀ ਜਿਹਨੂੰ ਸਤਿਗੁਰੂ ਸੱਦਾ ਭੇਜਦੇ ਸੀ ਕਿਸੇ ਕਾਰਜ ਵਾਸਤੇ ਉਹੀ ਆਉਂਦਾ ਸੀ ਮਹਾਰਾਜ ਪਾਸ ਤੰਬੂ ਵਿੱਚ। ਉਸ ਤੋਂ ਇਲਾਵਾ ਕੋਈ ਵੀ ਮਹਾਰਾਜ ਦੇ ਪਾਸ ਨਹੀਂ ਸੀ ਆ ਸਕਦਾ ਜਿੰਨਾ ਸਮਾਂ ਮਹਾਰਾਜ ਜੀ ਬੁਲਾਉਂਦੇ ਨਹੀਂ ਸਨ। ਚਾਹੋਂ ਦਿਸ ਬੈਠੇ ਕਰ ਚੁਕ ਸਾਏ। ਤੇ ਕੁਝ ਕੁ ਸਿੱਖ ਇੱਥੇ ਮਹਾਰਾਜੀਆਂ ਰੱਖ ਲਏ ਸੀ ਪਹਿਰੇਦਾਰ ਵੀ ਬਿਨਾਂ ਸੱਦੇ ਇੱਥੇ ਸਾਡੇ ਪਾਸ ਨਾ ਕੋਈ ਆਵੇ, ਉਹਨੂੰ ਦੂਰ ਹੀ ਰੋਕ ਦਿੱਤਾ ਜਾਵੇ। ਉਹ ਤਿਆਰ ਬਰ ਤਿਆਰ ਹੋ ਕਰਕੇ ਪਹਿਰਾ ਲਾਉਂਦੇ ਆ। ਜੋ ਮਾਨਵ ਆਵਹਿ ਅਨਜਾਨੇ। ਤੇ ਜੇਕਰ ਕੋਈ ਅਣਜਾਣ ਪੁਣੇ ਵਿੱਚ ਆ ਵੀ ਜਾਵੇ ਇੱਧਰ ਨੂੰ, ਜਿਹਨੂੰ ਨਹੀਂ ਪਤਾ ਮਹਾਰਾਜ ਦੀ ਸੇਵਾ ਬਾਬਤ, ਬਰਜਹਿ ਤਿਨਹਿ ਨ ਟਿਗਦੇ ਜਾਣੇ। ਤੇ ਖੜੇ ਹੋਏ ਪਹਿਰੇਦਾਰ ਸਿੱਖ ਵਰਜ ਦਿੰਦੇ ਆ, ਸਤਿਗੁਰਾਂ ਦੇ ਪਾਸ ਨਹੀਂ ਜਾਣ ਦਿੰਦੇ ਕਿਸੇ ਨੂੰ। ਇਮ ਏਕਾਕੀ ਹਵੈ ਗੁਰ ਪੂਰੇ। ਤੋ ਸਾਧ ਸੰਗਤ ਜੀ ਇਸ ਤਰ੍ਹਾਂ ਪੂਰੇ ਗੁਰੂ ਗਰੀਬ ਨਵਾਜ ਇਕੱਲੇ ਹੋ ਗਏ ਆ ਇਕਾਂਤ ਦੇ ਵਿੱਚ। ਤਬ ਗੁਰਦਾਸ ਹਕਾਰ ਹਦੂਰੇ। ਤੇ ਭਾਈ ਗੁਰਦਾਸ ਸਾਹਿਬ ਜੀਆਂ ਨੂੰ ਮਹਾਰਾਜ ਨੇ ਆਪਦੇ ਹਜ਼ੂਰੀ ਵਿੱਚ ਸੱਦ ਕਰ ਨਿਕਟ ਬਿਠਾਏ ਮਨੋਰਥ ਭਾਖਾ। ਤੇ ਪਾਸ ਬਿਠਾ ਕੇ ਭਾਈ ਸਾਹਿਬ ਨੂੰ ਆਪਦੇ ਮਨ ਦਾ ਹਜ਼ੂਰ ਨੇ ਮਨੋਰਥ ਦੱਸਿਆ ਵੀ ਅਸੀਂ ਕੀ ਚਾਹੁੰਦੇ ਹਾਂ। ਸੁਨ ਭਾਈ ਹਮਰੀ ਅਭਿਲਾਖਾ। ਆਖਿਆ ਹੈ ਭਾਈ ਗੁਰਦਾਸ ਜੀ, ਸਾਡੇ ਮਨ ਦੀ ਇੱਛਾ ਹੈ, ਉਹ ਜੋ ਇੱਛਾ ਹੈ ਹੁਣ ਚੰਗੀ ਤਰ੍ਹਾਂ ਆਪ ਜੀ ਸੁਣਨਾ ਕਰੋ। ਰਚਹਾ ਗ੍ਰੰਥ ਕੀ ਬੀੜ ਉਦਾਰੀ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਹਾਂ ਬਿੰਦੀ ਲੱਗੀ ਹੋਣੀ ਇੱਥੇ, ਤੋ ਅਸੀਂ ਜਿਹੜਾ ਵਾ ਉਹ ਰਚ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁੰਦਰ ਬੀੜ। ਲਿਖ ਅੱਖਰ ਗੁਰਮੁਖੀ ਮੰਝਾਰੀ। ਤੇ ਰਚਹੁ ਤੋਂ ਭਾਵ ਭਾਈ ਗੁਰਦਾਸ ਜੀ ਹੁਣ ਤੁਸੀਂ ਲਿਖੋਗੇ ਗੁਰਮੁਖੀ ਦੇ ਅੱਖਰਾਂ ਦੇ ਵਿੱਚ। ਗੁਰਮੁਖੀ ਅੱਖਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਹੋਵੇਗਾ ਗੁਰਮੁਖੀ ਲਿਪੀ ਵਿੱਚ, ਤੇ ਤੁਸੀਂ ਇਸ ਦੇ ਲਿਖਾਰੀ ਲੱਗੋਗੇ। ਸ਼੍ਰੀ ਨਾਨਕ ਪੱਟੀ ਜੋ ਬਨਾਈ। ਕਿਉਂਕਿ ਜਿਹੜੀ ਪੱਟੀ ਗੁਰਬਾਣੀ ਹੈ ਪੋਥੀਆਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਲਿਖੀ ਹੋਈ ਹੈ, 35 ਅੱਖਰ ਕਰੇ ਸੁਹਾਈ। ਉਹਦੇ ਵਿੱਚ ਸਤਿਗੁਰਾਂ ਨੇ 35 ਅੱਖਰ ਲਿਖੇ ਹੈ। ਜਿਹੜਾ ਵੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪੱਟੀ ਗੁਰਬਾਣੀ ਹੈ, ਪੱਟੀ ਲਿਖੀ ਉਹਦਾ ਸਿਰਲੇਖ ਹੈ। ਤੋ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਬਾਣੀ ਜੋ ਪੱਟੀ ਲਿਖੀ ਸਿਰਲੇਖ ਹੇਠ ਜਿਸ ਵਿੱਚ 35 ਅੱਖਰ ਸੱਚੇ ਪਾਤਸ਼ਾਹ ਜੀਆਂ ਲਿਖੇ ਹਨ, ਤਿਨ ਮਹਿ ਲਿਖਾ ਸਰਬ ਗੁਰਬਾਨੀ। ਉਹਨਾਂ ਦੇ ਵਿੱਚ ਹੀ ਭਾਵ 35 ਅੱਖਰਾਂ ਗੁਰਮੁਖੀ ਦਿਆਂ ਵਿੱਚ ਹੀ ਇਹ ਲਿਪੀ ਵਰਤ ਕੇ ਤੇ ਗੁਰੂ ਸਤਿਗੁਰਾਂ ਦੀ ਸੁੰਦਰ ਬਾਣੀ ਲਿਖੀ ਜਾਵੇ, ਪਠਵੇ ਬਿਖੈ ਸੁਖੈਨ ਮਹਾਨੀ। ਤਾਂ ਕਿ ਸਭ ਸਿੱਖਾਂ ਨੂੰ ਜਾਂ ਹੋਰ ਜੀਵਾਂ ਨੂੰ ਪੜ੍ਹਨ ਵਿੱਚ ਬੜੀ ਸੁਖਿਆਈ ਜਿਹੜੀ ਮਹਿਸੂਸ ਹੋਵੇ, ਸੌਖੀ ਪੜ੍ਹ ਲਿਆ ਕਰਨਗੇ। ਜਿਨ ਕੀ ਬੁੱਧ ਮਹਿਦ ਅਧਿਕਾਈ। ਕਿਉਂਕਿ ਜਿਹੜੀ ਸੰਸਕ੍ਰਿਤੀ ਉਰਦੂ ਫਾਰਸੀ ਜਾਂ ਜਿਹੜੀ ਹੈ ਭਾਸ਼ਾ ਅਰਬੀ, ਇਹਦੇ ਵਿੱਚ ਉਪਦੇਸ਼ ਬਹੁਤ ਦਿੱਤੇ ਗਏ ਗ੍ਰੰਥਾਂ ਵੇਦ ਪੁਰਾਣਾ ਕਤੇਬਾਂ ਦੇ ਵਿੱਚ, ਪਰ ਭਾਈ ਗੁਰਦਾਸ ਜੀ ਇਹ ਔਖੇ ਹੈ ਪੜ੍ਹਨੇ, ਜਿਹਦੀ ਬੁੱਧੀ ਬਹੁਤ ਤੇਜ਼ ਹੁੰਦੀ ਹੈ। ਬਹੁ ਅਭਿਆਸਹਿ ਵਿਦਿਆ ਪਾਈ। ਤੇ ਉਹੀ ਇਹ ਵਿਦਿਆ ਪ੍ਰਾਪਤ ਕਰ ਸਕਦਾ ਹੈ ਜਿਹੜਾ ਬਹੁਤ ਸੰਸਕ੍ਰਿਤ ਅਤੇ ਅਰਬੀ ਫਾਰਸੀ ਦਾ ਅਭਿਆਸ ਕਰਦਾ ਰਹੇ। ਬਹੁਤ ਬਰਖ ਲਗ ਪਠਹਿ ਵਿਚਾਰ ਹੈ। ਬਾਕੀ ਪੜ੍ਹਨ ਤੇ ਵੀ ਬੜੇ ਸਾਲ ਲੱਗ ਜਾਂਦੇ ਆ। ਸੰਸਕ੍ਰਿਤ ਵਰਗੀਆਂ ਭਾਸ਼ਾਵਾਂ ਵੇਦ ਪੜ੍ਹਨੇ ਹੋਣ ਤੇ ਪਹਿਲਾਂ ਸੰਸਕ੍ਰਿਤ ਪੜ੍ਹਨੀ ਪੈਂਦੀ ਆ, ਕਈ ਸਾਲ ਲੱਗ ਜਾਂਦੇ ਆ। ਫਿਰ ਸੰਸਕ੍ਰਿਤ ਵਿਚਾਰਨ ਤੇ ਵੇਦਾਂ ਦੇ ਜਿਹੜੇ ਵੈ ਉਹ ਵਿਚਾਰਨ ਤੇ ਵੇਦਾਂ ਦੇ ਸਿਧਾਂਤ ਨੂੰ ਹੋਰ ਅੱਗੇ ਬੜਾ ਸਮਾਂ ਲੱਗ ਜਾਂਦਾ ਹੈ। ਸੋ ਤਬ ਜਾਣਹਿ ਸਾਰ ਅਸਾਰ ਹੈ। ਤੇ ਫੇਰ ਜਾ ਕਰਕੇ ਇਹ ਸੱਚ ਜਾਂ ਸਾਰ ਅਸਾਰ, ਤਤ ਸਿਧਾਂਤ, ਝੂਠ ਕੀ ਹੈ ਸੱਚ ਕੀ ਹੈ, ਇਸ ਦਾ ਨਿਰਣਾ ਕੀਤਾ ਜਾਂਦਾ ਹੈ। ਤਿਸ ਤਤ ਕੋ ਗੁਰਮੁਖੀ ਮਝਾਰੀ। ਤੇ ਉਸੇ ਤਤ ਨੂੰ ਸਾਰ ਤੇ ਅਸਾਰ, ਅਸਤ ਸੰਸਾਰ ਹੈ, ਸਤ ਪਰਮੇਸ਼ਰ ਹੈ। ਤੋ ਉਹ ਸੱਚ ਪਰਮੇਸ਼ਰ ਦਾ ਨਾਮ ਜਿਹੜਾ ਸਭ ਉਪਦੇਸ਼ਾਂ ਦੇ ਵਿੱਚੋਂ ਸਰਮੋਰ ਉਪਦੇਸ਼ ਹੈ ਵੀ ਨਾਮ ਜਪਣਾ, ਉਸੇ ਪਰਮੇਸ਼ਰ ਦੇ ਨਾਮ ਨੂੰ ਸਭ ਉਪਦੇਸ਼ਾਂ ਦੇ ਤਤ ਸਿਧਾਂਤ ਨੂੰ ਗੁਰਮੁਖੀ ਵਿੱਚ ਲਿਖਿਆ ਜਾਵੇ। ਲਿਖ ਹੈ ਸੁਗਮ ਸ਼ਰਧਾ ਔਰ ਤਾਰੀ। ਉਹ ਸੌਖਾ ਹੀ ਲਿਖਿਆ ਜਾਵੇਗਾ।
ਸ਼ਰਧਾ ਹਿਰਦੇ ਵਿੱਚ ਧਾਰ ਕੇ ਜਿਹੜਾ ਵੀ ਪੜ੍ਹਨਾ ਚਾਹੇਗਾ ਤੇ ਸੌਖਾ ਹੀ ਪੜ੍ਹ ਲਵੇ ਕਰੇਗਾ। ਇਸ ਲਈ ਭਾਈ ਗੁਰਦਾਸ ਜੀ ਹਿਰਦੇ ਵਿੱਚ ਡਾਢੀ ਸ਼ਰਧਾ ਰੱਖਦੇ ਹੋਏ ਇਹ ਸੌਖੀ ਗੁਰਮੁਖੀ ਭਾਸ਼ਾ ਵਿੱਚ ਤੁਸੀਂ ਪਰਮੇਸ਼ਰ ਦੇ ਨਾਮ ਜਪਣ ਦਾ ਉਪਦੇਸ਼ ਲਿਖਣਾ ਕਰੋ। ਗੁਰਬਾਣੀ ਰੂਪ ਸਹਿਸਕ੍ਰਿਤ ਅਰ ਤੁਰਕਨ ਭਾਸ਼ਾ। ਸੰਸਕ੍ਰਿਤੀ, ਸਹਿਸਕ੍ਰਿਤੀ ਤੇ ਹੋਰ ਜਿਹੜੀਆਂ ਅਰਬੀ, ਫਾਰਸੀ, ਤੁਰਕਾਂ ਦੀਆਂ ਭਾਸ਼ਾਵਾਂ ਹਨ। ਇਸ ਮਹਿ ਲਿਖ ਲੈ ਹੈ ਬੁੱਧ ਰਾਸਾ। ਜਿਹੜੇ ਬੁੱਧੀ ਦੇ ਰਾਸ ਭਾਵ ਤੇਜ ਬੁੱਧੀ ਵਾਲੇ ਲੋਕ ਹੈ ਉਹ ਤਾਂ ਇਹਦੇ ਵਿੱਚ ਲਿਖਿਆ ਹੋਇਆ ਪੜ੍ਹ ਲੈਂਦੇ ਆ ਤੇ ਸੰਸਕ੍ਰਿਤੀ, ਅਰਬੀ, ਫਾਰਸੀ ਪੜ੍ਹ ਲਿਖ ਵੀ ਲੈਂਦੇ ਆ ਤੇਜ ਬੁੱਧੀ ਵਾਲੇ। ਸਭ ਉਪਰ ਪਸਰਹਿ ਇਹੋ ਧਾਈ। ਪਰ ਹਰੇਕ ਨਹੀਂ ਨਾ ਪੜ੍ਹ ਸਕਦਾ। ਗੁਰਮੁਖੀ ਭਾਸ਼ਾ ਸੌਖੀ ਦੇ ਵਿੱਚ ਤੁਸੀਂ ਗੁਰਬਾਣੀ ਲਿਖੋਗੇ, ਪਰਮੇਸ਼ਰ ਦਾ ਸੰਦੇਸ਼ ਜਿਹੜਾ ਸਾਰਿਆਂ ਤੱਕ ਸੁਨੇਹਾ ਪਹੁੰਚੇ। ਜਿਸ ਕਰਕੇ ਗੁਰਮੁਖੀ ਭਾਸ਼ਾ ਸਾਰੀਆਂ ਭਾਸ਼ਾਵਾਂ ਉੱਪਰ ਜਾਂ ਸਾਰਿਆਂ ਖਿੱਤਿਆਂ ਉੱਪਰ ਸੌਖੀ ਹੋਣ ਕਰਕੇ ਗੁਰਬਾਣੀ ਛੇਤੀ ਲਾਗੂ ਹੋਵੇਗੀ, ਦੌੜੀ ਹੋਈ ਫੈਲ ਜਾਵੇਗੀ। ਜਿਮ ਜਲ ਪਰ ਸੋ ਚਿਕਨਤਾ ਪਾਈ। ਆ ਗੁਰਮੁਖੀ ਭਾਸ਼ਾ ਵਿੱਚ ਲਿਖੀ ਹੋਈ ਗੁਰਬਾਣੀ ਸਭ ਪਾਸੇ ਸੌਖੀ ਹੋਣ ਕਰਕੇ ਸਭ ਧਰਮਾਂ ਵਿੱਚ ਇਸ ਤਰ੍ਹਾਂ ਫੈਲੇਗੀ ਜਿਵੇਂ ਪਾਣੀ ਦੇ ਉੱਪਰ ਤੇਲ ਦੀ ਬੂੰਦ ਫੈਲ ਜਾਂਦੀ ਹੈ ਥਿੰਦਿਆਈ। ਕਿਰਤ ਕਰਤ ਗ੍ਰਹਸਤੀ ਮਤ ਥੋਰੀ। ਕਿਉਂਕਿ ਗ੍ਰਹਸਤੀ ਲੋਕ ਜਿਹੜੇ ਆ ਕਿਰਤ ਕਰਦੇ ਆ, ਦਸਾਂ ਨੋਹਾਂ ਦੀ ਪਰਿਵਾਰ ਵੀ ਪਾਲਣੇ ਹੁੰਦੇ ਉਹਨਾਂ ਦੀ ਮੱਤ ਥੋੜ੍ਹੀ ਹੁੰਦੀ, ਕਿਉਂਕਿ ਮੱਤ ਜਿਹੜੀ ਉਹ ਕੰਮਾਂ ਕਾਰਾਂ ਵਿੱਚ ਜ਼ਿਆਦਾ ਸਮਾਂ ਲੱਗ ਜਾਂਦੀ ਹੈ। ਸੁਗਮ ਪਠਹਿ ਵਿਦਿਆ ਜਿਨ ਲੋਰੀ। ਤੇ ਜਿਨ੍ਹਾਂ ਨੂੰ ਵਿਦਿਆ ਦੀ ਲੋੜ ਹੋਊਗੀ ਉਹ ਸੌਖੀ ਪੜ੍ਹ ਲਿਆ ਕਰਨਗੇ। ਅਸੀਂ ਇਸ ਲਈ ਗੁਰਬਾਣੀ ਗੁਰਮੁਖੀ ਵਿੱਚ ਲਿਖ ਰਹੇ ਹਾਂ, ਸੰਸਕ੍ਰਿਤੀ ਵਿੱਚ ਨਹੀਂ, ਅਰਬੀ ਵਿੱਚ ਨਹੀਂ, ਫਾਰਸੀ ਵਿੱਚ ਵੀ ਨਹੀਂ। ਵੀ ਜਿਹੜੇ ਗ੍ਰਹਸਤੀ ਲੋਕ ਹੈ ਧੰਦਿਆਂ ਵਿੱਚ ਫਸੇ ਹੋਏ, ਜੇ ਉਹ ਮੁਕਤ ਹੋਣਾ ਚਾਹਣ ਤੇ ਛੇਤੀ, ਉਹ ਤਾਂ ਮੰਨ ਲਓ ਹੁਣ ਕੋਈ ਕੰਮਕਾਰ ਕਰਨ ਵਾਲਾ ਖਾਲਸਾ ਜੀ ਉਹ ਬਨਾਰਸ ਜਾ ਕੇ ਜਾਂ ਕਿਸੇ ਪੰਡਤ ਵਿਦਵਾਨ ਤੋਂ ਸੰਸਕ੍ਰਿਤੀ ਕਿੰਨੇ ਸਾਲ ਸਿੱਖੇਗਾ, ਫਿਰ ਵੇਦ ਪੜ੍ਹੇਗਾ, ਫਿਰ ਉਹਨੂੰ ਜੀਵਨ ਜਾਚ ਆਵੇਗੀ। ਤੇ ਜਿਹੜਾ ਗੁਰਮੁਖੀ ਭਾਸ਼ਾ ਬਾਰੇ ਕਹਿੰਦੇ ਜਿਹੜੇ ਸੰਸਾਰ ਦੇ ਫਸੇ ਹੋਏ ਲੋਕ ਵੀ ਆ, ਜਿਨ੍ਹਾਂ ਪਾਸ ਨਾ ਵੀ ਸਮਾਂ ਹੋਵੇਗਾ ਨਾ, ਉਹ ਤਾਂ ਵੀ ਸਿੱਖਣ ਤੋਂ ਬਿਨਾਂ ਸੌਖਾ ਹੀ ਪੜ੍ਹ ਲਿਆ ਕਰਨਗੇ। ਪ੍ਰਗਟ ਹੈ ਗਾਡੀ ਰਾਹੋ ਵਿਸਾਲਾ। ਤੇ ਪ੍ਰਗਟ ਪ੍ਰਤਾਖੀ ਇਹ ਗਾਡੀ ਰਾਹ ਬਣ ਜਾਵੇਗਾ, ਭਾਵ ਖੁੱਲਾ ਡੁੱਲਾ ਰਾਹ ਮੁਕਤੀ ਵੱਲ ਨੂੰ ਜਾਣ ਵਾਲਾ, ਪਰਮੇਸ਼ਰ ਨੂੰ ਮਿਲਣ ਵਾਲਾ ਇਹ ਗੁਰਬਾਣੀ ਬਣ ਜਾਵੇਗੀ। ਚੱਲਾ ਹੈ ਜੋ ਨਹਿ ਭੁੱਲਾ ਹੈ ਕਿਸ ਕਾਲਾ। ਜਿਹੜਾ ਚੱਲੇਗਾ ਇਸ ਰਾਹ ਤੇ ਉਹ ਭੁੱਲੇਗਾ ਨਹੀਂ ਕਿਸੇ ਸਮੇਂ ਵਿੱਚ ਵੀ। ਲਿਖਾ ਗੁਰਮੁਖੀ ਅੱਖਰ ਜਾਂ ਤੇ। ਇਸ ਕਰਕੇ ਸੌਖੇ ਸੰਸਾਰ ਨੂੰ ਸਮਝ ਪੈਣ ਵਾਸਤੇ ਸੁਖੈਣ ਭਾਸ਼ਾ ਗੁਰਮੁਖੀ ਦੇ ਅੱਖਰ ਤੁਸੀਂ ਗੁਰਬਾਣੀ ਲਿਖਣ ਵਿੱਚ ਵਰਤੋਗੇ। ਸਗਲ ਜਗਤ ਮਹਿ ਹੋਏ ਬਖਿਆਤੇ। ਤੇ ਛੇਤੀ ਸਾਰੇ ਸੰਸਾਰ ਵਿੱਚ ਅੱਖਰ ਪ੍ਰਗਟ ਹੋ ਜਾਣਗੇ, ਗੁਰਮੁਖੀ ਭਾਸ਼ਾ ਵਿੱਚ ਲਿਖੀ ਗੁਰਬਾਣੀ ਪ੍ਰਗਟ ਹੋ ਜਾਵੇਗੀ। ਸ਼ਰਧਾਵੰਤੇ ਪਠਹਿ ਸੁਖੈਨ। ਸ਼ਰਧਾ ਵਾਲੇ ਸਿੱਖ ਸੌਖਾ ਪੜ੍ਹ ਕੇ ਤੇ ਆਨੰਦ ਲਿਆ ਕਰਨਗੇ ਗੁਰਬਾਣੀ ਤਾਈਂ। ਜਾਣਹਿ ਹਰਿ ਸਿਮਰਨ ਗਤ ਦੈਨ। ਤੇ ਇਹ ਗੱਲ ਜਾਣਗੇ ਸਭ ਫਸੇ ਧੰਦਿਆਂ 'ਚ ਲੋਕ ਵੀ ਜਾਣ ਲੈਣਗੇ ਇਹ ਗੱਲ ਵੀ ਜਿਹੜਾ ਪਰਮੇਸ਼ਰ ਦਾ ਸਿਮਰਨ ਹੈ ਉਹ ਸਾਰੇ ਸੁੱਖਾਂ ਦੇ ਦੇਣ ਵਾਲਾ ਹੈ। ਇਨ ਕੀ ਮਹਿਮਾ ਮਹਾ ਬਿਰਾਮੂ। ਤੇ ਪਰਮੇਸ਼ਰ ਦੀ ਮਹਿਮਾ ਜਿਹੜੀ ਬੜੀ ਸੁੰਦਰ ਭਾਰੀ ਹੈ। ਬਿਦਤ ਹੈ ਜਗ ਗੁਰਮੁਖੀ ਸੁਨਾਮੂ। ਤੇ ਗੁਰਮੁਖੀ ਦੇ ਨਾਲ ਪਰਮੇਸ਼ਰ ਦਾ ਨਾਮ ਜਿਹੜਾ ਸਾਰੇ ਸੰਸਾਰ ਵਿੱਚ ਪ੍ਰਗਟ ਪ੍ਰਤੱਖ ਹੋ ਜਾਵੇਗਾ। ਜਦੋਂ ਗੁਰਮੁਖੀ ਤੇ ਇਹ ਗੁਰਬਾਣੀ ਲਿਖੀ ਜਾਵੇਗੀ, ਗੁਰਮੁਖੀ ਵਿੱਚ ਪਰਮੇਸ਼ਰ ਦਾ ਨਾਮ ਜਿਹੜਾ ਉਹ ਗੁਰਬਾਣੀ ਰੂਪ ਹੋ ਕੇ ਭਾਈ ਗੁਰਦਾਸ ਜੀ ਸਭ ਸੰਸਾਰ ਵਿੱਚ ਫੈਲ ਜਾਵੇਗਾ। ਦੇਖਹਿ ਪਠਹਿ ਲਿਖਹਿ ਸਨਮਾਨ ਹੈ। ਤੇ ਸੰਸਾਰ ਵਿੱਚ ਸਭ ਵੇਖਿਆ ਕਰਨਗੇ, ਪੜ੍ਹ ਵੀ ਲਿਆ ਕਰਨਗੇ ਸੌਖਾ ਹੀ, ਤੇ ਬੜਾ ਸਤਿਕਾਰ ਹੋਵੇਗਾ ਗੁਰਬਾਣੀ ਦਾ। ਨਿਜ ਪਾਤਕ ਘਾਤਕ ਹਿਤ ਠਾਨ ਹੈ। ਤੇ ਛੇਤੀ ਆਪਦੇ ਪਾਪਾਂ ਨੂੰ ਨਾਸ਼ ਕਰ ਲਿਆ ਕਰਨਗੇ। ਚਤੁਰ ਗੁਰੂ ਕੇ ਸ਼ਬਦ ਮੁਕੰਦੇ। ਇਸ ਲਈ ਭਾਈ ਗੁਰਦਾਸ ਜੀ ਮੁਕਤੀ ਦੇਣ ਵਾਲੇ ਜਿਹੜੇ 4 ਪਾਤਸ਼ਾਹੀਆਂ ਦੀ ਗੁਰਬਾਣੀ ਸ਼ਬਦ ਹੈ, ਪੋਥੀ ਰੂਪ ਵਿੱਚ ਹੈ ਇੱਥੇ ਜੋ ਆਪਣੇ ਪਾਸ। ਪੇਖ ਪੋਥੀ ਤੁਮ ਲਿਖਾ ਆਨੰਦੇ। ਤੇ ਉਹ ਪੋਥੀਆਂ ਵੇਖ ਵੇਖ ਕੇ ਨਾ ਉਸ ਗੁਰਬਾਣੀ ਦਾ ਉਤਾਰਾ ਇੱਕ ਵੱਡੇ ਸਰੂਪ ਵਿੱਚ ਤੁਸਾਂ ਨੇ ਕਰਨਾ ਹੈ। ਸਭ ਬੇਦਨ ਕੋ ਸਾਰ ਨਿਕਾਰਾ। ਇਸ ਤਰ੍ਹਾਂ ਆਨੰਦ ਦੇ ਸਹਿਤ ਤੁਸੀਂ ਸਰੂਪ ਲਿਖਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ।
ਫਿਰ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਜਿਹੜੇ ਸਾਰੇ ਭੇਦ ਹਨ ਜਾਂ ਗਿਆਨਮਈ ਬੜੇ ਪੁਸਤਕ ਸੰਸਾਰ ਵਿੱਚ ਜੋ ਲਿਖੇ ਹੈ, ਸ੍ਰੇਸ਼ਟ ਪਰਮੇਸ਼ਰ ਦੇ ਨਾਮ ਦੀ ਗੱਲ ਕਰਦੇ ਜੋ। ਮਥ ਸਾਗਰ ਜਿਮ ਰਤਨ ਉਦਾਰਾ। ਤੇ ਜਿਵੇਂ ਸਾਗਰ ਨੂੰ ਰਿੜਕ ਕੇ ਤੇ ਰਤਨ ਕੱਢੇ ਜਾਂਦੇ ਹਨ ਸ੍ਰੇਸ਼ਟ, ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮੂ। ਇਸ ਤਰ੍ਹਾਂ ਗੁਰਬਾਣੀ ਸਾਰਿਆਂ ਵੇਦਾਂ ਸ਼ਾਸਤਰਾਂ ਦੇ ਵਿੱਚੋਂ ਮਾਨੋ ਇਹ ਸਮੁੰਦਰ ਹੋਣ ਤੇ ਸਮੁੰਦਰ ਖਾਰਾ ਵੀ ਹੁੰਦਾ ਹੈ, ਤੇ ਰਤਨ ਤਾਂ ਬੇਸ਼ਕੀਮਤੀ ਹੈ ਨਾ, ਵੀ ਸਾਰਿਆਂ ਵਿੱਚੋਂ ਜਿਹੜਾ ਉਹ ਨਾਮ ਸ਼੍ਰੇਸ਼ਟ ਪਰਮੇਸ਼ਰ ਦੇ ਰਤਨ ਵਰਗਾ ਹੈ, ਨਾਮ ਅਮੋਲਕ ਹੀਰਾ। ਉਹ ਨਾਮ ਗੁਰਬਾਣੀ ਰੂਪ ਕਰਕੇ ਤੁਸੀਂ ਲਿਖਣਾ ਕਰੋਗੇ। ਧੰਨ ਗੁਰੂ ਨਾਨਕ ਪਾਤਸ਼ਾਹ ਤੇ ਜੋ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦਾ। ਸ਼੍ਰੀ ਗੁਰ ਅਮਰ ਅਪਰ ਸ਼੍ਰੀ ਰਾਮੂ। ਤੇ ਜਿਹੜੀ ਗੁਰੂ ਅਮਰਦਾਸ ਮਹਾਰਾਜ ਦੀ ਗੁਰਬਾਣੀ ਹੈ, ਸ਼ਬਦ ਹੈ ਪੋਥੀਆਂ ਵਿੱਚ ਲਿਖੇ ਹੋਏ, ਔਰ ਜਿਹੜੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦ ਹਨ। ਪ੍ਰਿਥਕ ਪ੍ਰਿਥਕ ਲਿਖ ਇਨ ਕੀ ਬਾਣੀ। ਚਾਰ ਪਾਤਸ਼ਾਹੀਆਂ ਦੀ ਜਿਹੜੀ ਪੋਥੀਆਂ ਦੇ ਵਿੱਚ ਆਪਣੇ ਕੋਲ ਬਾਣੀ ਹੈ ਨਾ ਭਾਈ ਗੁਰਦਾਸ ਸਾਹਿਬ ਜੀ, ਉਹ ਤੁਸੀਂ ਵੱਖਰੀ ਵੱਖਰੀ ਕਰਕੇ ਲਿਖਣਾ ਕਰਨੀ ਹੈ। ਪਾਠ ਕਰ ਆਪ ਲੇਹੋ ਪਹਿਚਾਨੀ। ਤੇ ਉਲੱਥਾ ਜਦੋਂ ਕਰਨਾ ਹੈ ਪੋਥੀਆਂ ਤੋਂ ਗੁਰਬਾਣੀ ਦਾ, ਤੇ ਪੜ੍ਹ ਪੁੜ ਕੇ ਹੀ ਗੁਰਬਾਣੀ ਨੂੰ ਨਾ ਆਪ ਹੀ ਤੁਸੀਂ ਸਿਆਣ ਲੈਣਾ ਕਰਨਾ ਵੀ ਆ ਗੁਰੂ ਨਾਨਕ ਪਾਤਸ਼ਾਹ ਦੀ ਗੁਰਬਾਣੀ ਹੈ, ਆ ਜਿਹੜੀ ਹੈ ਗੁਰੂ ਅੰਗਦ ਪਾਤਸ਼ਾਹ ਦੀ। ਕਿਉਂਕਿ ਸਾਧ ਸੰਗਤ ਜੀ, ਜਦੋਂ ਪੋਥੀਆਂ ਸਾਰਣਾ ਤੇ ਉਦੋਂ ਨਹੀਂ ਸੀ ਲਿਖਿਆ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਪਹਿਲਾਂ ਗੁਰਬਾਣੀ ਦੇ ਇਕੱਲੇ ਸ਼ਬਦ ਸਨ, ਉੱਪਰ ਮਹੱਲਾ ਨਹੀਂ ਸੀ ਪਾਇਆ ਹੁੰਦਾ ਵੀ ਜਿਹਦੇ ਤੋਂ ਪਤਾ ਲੱਗ ਸਕੇ ਵੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਇਹ ਗੁਰੂ ਅੰਗਦ ਪਾਤਸ਼ਾਹ ਦਾ, ਗੁਰੂ ਅਮਰਦਾਸ, ਗੁਰੂ ਰਾਮਦਾਸ ਦਾ। ਜਿਹੜੀ ਪੋਥੀਆਂ ਆਈਆਂ ਨਾ ਇੱਥੋਂ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਲੈ ਕੇ ਆਏ, ਇਹਨਾਂ ਵਿੱਚ ਗੁਰਬਾਣੀ ਇੱਕ ਸਾਰ ਸਾਰੀ ਲਿਖੀ ਹੋਈ ਹੈ। ਸ਼ਬਦ ਜ਼ਰੂਰ ਹੈ, ਪਰ ਸ਼ਬਦ ਦੇ ਉੱਪਰ ਐ ਨਹੀਂ ਹੈ ਵੀ ਪਹਿਲੇ ਪਾਤਸ਼ਾਹ ਦਾ ਵੀ ਮਹੱਲਾ ਪਹਿਲਾ। ਇਸ ਲਈ ਮਹਾਰਾਜ ਕਹਿ ਰਹੇ ਭਾਈ ਗੁਰਦਾਸ ਜੀ, ਗੁਰਬਾਣੀ ਦਾ ਸ਼ਬਦ ਪੜ੍ਹ ਕੇ ਤੁਸੀਂ ਆਪ ਹੀ ਪਛਾਣ ਲੈਣਾ ਕਰਨਾ ਵੀ ਕਿਸ ਪਾਤਸ਼ਾਹ ਦਾ ਸ਼ਬਦ ਹੈ, ਤੇ ਜੇ ਪਹਿਲੇ ਪਾਤਸ਼ਾਹ ਦਾ ਤੇ ਉੱਪਰ ਮਹੱਲਾ ਪਹਿਲਾ ਪਾ ਦਿਆ ਕਰੋ। ਸੁਨ ਭਾਈ ਗੁਰਦਾਸ ਉਚਾਰੀ। ਸਤਿਗੁਰਾਂ ਦੇ ਐਸੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਬੋਲੇ ਐ। ਕਹਾ ਬੁੱਧ ਪ੍ਰਭ ਇਤੀ ਹਮਾਰੀ। ਕਹਿੰਦੇ ਮਹਾਰਾਜ ਇੰਨੀ ਬੁੱਧ ਸਾਡੇ ਵਿੱਚ ਕਿੱਥੇ ਹੈ। ਮੈਂ ਅਲਭਾਗਯ ਜੀਵ ਕਿਮ ਜਾਨਾ। ਵੀ ਅਸੀਂ ਅਗਿਆਨੀ ਜੀਵ ਮਹਾਰਾਜ ਕਿਵੇਂ ਜਾਣ ਪਾਵਾਂਗੇ। ਗੁਰ ਕੀ ਗਿਰਾ ਅਗਮ ਗਤ ਮਾਨਾ। ਸਾਨੂੰ ਕਿਵੇਂ ਪਤਾ ਲੱਗੇਗਾ ਮਹਾਰਾਜ ਵੀ ਇਹ ਗੁਰਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਇਹ ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਜੀ ਦੀ। ਅਸੀਂ ਅਗਿਆਨੀ ਜੀਵ ਮਹਾਰਾਜ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਅਗਮ ਅਗਾਧ ਬੋਧ ਬਾਣੀ, ਇਹਦੀ ਕਿਵੇਂ ਚਾਲ ਸਮਝਾਂਗੇ, ਕਿਵੇਂ ਪਤਾ ਲੱਗੇਗਾ। ਹਿਰਦਾ ਅਗਾਧ ਆਬਾਧ ਗੰਭੀਰਾ। ਕਿਉਂਕਿ ਸਤਿਗੁਰਾਂ ਦਾ ਹਿਰਦਾ ਤਾਂ ਗੁਰਬਾਣੀ ਹਿਰਦਾ ਰੂਪ ਹੈ ਨਾ ਗੁਰੂ ਨਾਨਕ ਪਾਤਸ਼ਾਹ ਦਾ ਤੇ ਪਾਤਸ਼ਾਹੀਆਂ ਦਾ, ਤੇ ਮਹਾਰਾਜ ਦਾ ਹਿਰਦਾ ਔਰ ਗੁਰਬਾਣੀ ਤਾਂ ਅਗਾਧ ਹੈ, ਡੂੰਘੇ ਸਮੁੰਦਰ ਵਰਗੀ ਬੜੀ ਗੰਭੀਰ ਹੀ। ਗਿਰਾ ਰੂਪ ਸੋਈ ਗੁਰ ਧੀਰਾ। ਤੇ ਉਹ ਗੁਰਬਾਣੀ ਹੀ ਗੁਰੂ ਰੂਪ ਹੋ ਰਹੀ ਹੈ, ਧੀਰਜ ਧਾਰੀ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਹੀ ਗੁਰਬਾਣੀ ਹੈ। ਬ੍ਰਹਮਾਦਿਕ ਲਖ ਸਕੈ ਨ ਕੋ। ਤੇ ਗੁਰਬਾਣੀ ਸਤਿਗੁਰਾਂ ਦੀ ਨੂੰ, ਇਹ ਗੁਰਬਾਣੀ ਗੁਰੂ ਨਾਨਕ ਪਾਤਸ਼ਾਹ ਦਾ ਹਿਰਦਾ ਹੈ ਨਾ, ਤੇ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਦੇ ਮਨ ਦੀ ਹਿਰਦੇ ਦੀ ਤਾਂ ਬ੍ਰਹਮਾ ਵਰਗੇ ਵੀ ਨਹੀਂ ਬੁੱਝ ਸਕਦੇ ਐ, ਤੇ ਮੈਂ ਕਿੱਥੋਂ ਬੁੱਝ ਲਵਾਂਗਾ। ਮੋਹ ਮਹਿ ਕਹਾਂ ਇਤੀ ਮਤ ਹੋ। ਹਾਂਜੀ, ਸਾਡੇ ਵਿੱਚ ਮਹਾਰਾਜ ਜੀ ਇੰਨੀ ਮਤ ਕਿੱਥੇ ਹੈ। ਜੇ ਕਰ ਹੋ ਆਪ ਸਹਾਈ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਜੇਕਰ ਕਿਤੇ ਆਪ ਸਾਡੇ ਤੇ ਸਹਾਈ ਹੋਵੋ, ਸਾਡੀ ਸਹਾਇਤਾ ਕਰਨ ਵਾਲੇ ਹੋ ਜਾਓ। ਲਖਾਂ ਤਿਤਕ ਜੋ ਦੇ ਹੋ ਲਖਾਈ। ਫਿਰ ਮਹਾਰਾਜ ਅਸੀਂ ਜਾਣ ਸਕਦੇ ਹਾਂ ਵੀ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣ। ਜੇ ਆਪ ਮਹਾਰਾਜ ਦਇਆ ਕਰੋ ਫੇਰ ਤਾਂ ਅਸੀਂ ਬੁੱਝ ਸਕਦੇ ਹਾਂ ਵੀ ਸ਼ਬਦ ਕਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਤੇ ਕਿਹੜੇ ਗੁਰੂ ਰਾਮਦਾਸ ਮਹਾਰਾਜ ਦੇ। ਜੇ ਤੁਸੀਂ ਮਿਹਰ ਕਰੋ ਤੇ ਇਹ ਸੰਭਵ ਹੋ ਸਕਦਾ ਹੈ। ਸੁਨ ਪ੍ਰਸੰਨ ਹੋਏ ਬਰ ਕੋ ਦੀਨਾ। ਸੁਣ ਕੇ ਪਾਤਸ਼ਾਹ ਮਹਾਰਾਜ ਬਹੁਤ ਭਾਈ ਗੁਰਦਾਸ ਜੀ ਦੀ ਨਿਮਰਤਾ ਵੇਖੀ, ਖੁਸ਼ ਹੋਏ ਹੈ, ਵਰ ਦਿੱਤਾ ਹੈ। ਸ਼੍ਰੀ ਗੁਰ ਪਰਮ ਕਿਰਪਾਲ ਪ੍ਰਬੀਨਾ। ਕਿਉਂਕਿ ਗੁਰੂ ਅਰਜਨ ਦੇਵ ਜੀ ਸੁਭਾਏਮਾਨ ਬੜੇ
ਵੱਡੇ ਕਿਰਪਾਲੂ ਹਨ ਗਰੀਬ ਨਵਾਜ, ਕਿਰਪਾ ਕਰਨ ਵਾਲੇ ਆ ਬੜੇ ਸਿਆਣੇ ਹਨ। ਜਥਾ ਪੁੱਤਰ ਹੋਵੈ ਘਰ ਬਾਹਰ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਲਓ ਸਾਡਾ ਵਰਦਾਨ ਹੈ ਤੁਹਾਨੂੰ, ਜਿਵੇਂ ਪੁੱਤਰ ਘਰ ਤੋਂ ਬਾਹਰ ਵੀ ਕਿਤੇ ਦਰਵਾਜ਼ੇ ਤੋਂ ਬਾਹਰ ਵੀ ਫਿਰਦਾ ਹੋਵੇ, ਅੰਤਰ ਮਾਤ ਪਿਤਾ ਅਜਾਹਰ। ਤੇ ਮਾਤਾ ਪਿਤਾ ਘਰ ਦੇ ਅੰਦਰ ਹੋਣ, ਪੁੱਤਰ ਨੂੰ ਦਿਸਦੇ ਵੀ ਨਾ ਹੋਣ, ਛੋਟੇ ਜਿਹੇ ਬੱਚੇ ਨੂੰ ਮਾਂ-ਬਾਪ ਘਰ ਦੇ ਵਿੱਚ ਹੋਣ ਨਾ ਦਿਸਦੇ ਹੋਣ, ਤੇ ਬੱਚਾ ਬਾਹਰ ਹੋਵੇ। ਅਪਰ ਕੁਟੰਬ ਜੋ ਬੋਲਹਿ ਬਾਤੀ। ਤੇ ਪਰਿਵਾਰ ਦਾ ਹੋਰ ਵੀ ਜਿਹੜਾ ਵਾ ਉਹ ਪਰਿਵਾਰ ਵਿੱਚੋਂ ਤਾਏ ਚਾਚੇ ਭਾਈਆਂ ਜਿਹੜੇ ਭਰਜਾਈਆਂ ਭਰਾ ਹਨ, ਉਹ ਗੱਲਾਂ ਬਾਤਾਂ ਵੀ ਕਰਦੇ ਰਹਿਣ। ਜਾਨ ਲੇਹ ਬਾਲਕ ਬਖਿਆਤੀ। ਤੇ ਜਿਹੜਾ ਬੱਚਾ ਹੁੰਦਾ ਉਹ ਸਿਆਣ ਲੈਂਦਾ ਬਾਹਰੋਂ ਹੀ, ਨਾ ਵੀ ਦਿਸਣ ਤੇ ਬੋਲ ਸਮਝ ਲੈਂਦਾ ਵੀ ਆ ਮੇਰੀ ਮਾਂ ਦਾ ਬੋਲ ਹੈ, ਆ ਮੇਰੇ ਬਾਪ ਦਾ ਹੈ, ਆ ਮੇਰੀ ਭੈਣ ਦਾ ਹੈ, ਆ ਮੇਰੇ ਭਰਾਤਾ ਦਾ ਹੈ, ਆ ਚਾਚੇ ਦਾ ਤਾਏ ਦਾ, ਸਭ ਦੀ ਆਵਾਜ਼ ਸੁਣ ਕੇ ਅੰਦਾਜ਼ਾ ਲਾ ਲੈਂਦਾ ਹੈ। ਕੋ ਨਰ ਬੂਝਹਿ ਅੰਤਰ ਭਾਨ। ਤੇ ਜੇ ਕੋਈ ਪੁੱਛੇ ਉਸ ਬੱਚੇ ਨੂੰ ਘਰ ਦੇ ਵਿੱਚ ਬੋਲਦਿਆਂ ਨੂੰ ਵੇਖ ਕੇ, ਕੌਣ ਕੌਣ ਬੋਲਹਿ ਤੇ ਕਹਿ ਤਾਨ। ਵੀ ਆ ਹੁਣ ਕੌਣ ਬੋਲਦਾ ਪੁੱਤਰ ਦੱਸ, ਆਹ ਕੌਣ ਬੋਲਦਾ, ਜੇ ਕੋਈ ਪੁੱਛੇ ਵੀ ਛੋਟੇ ਬੱਚੇ ਨੂੰ, ਤਬ ਬਾਲਕ ਸੁਨ ਜਾਨ ਅਲਾਵੈ। ਤੇ ਬੱਚਾ ਜਿਹੜਾ ਸੁਣ ਕੇ ਹੀ ਦੱਸ ਦਿੰਦਾ ਵੀ ਜਿਹੜਾ ਬੋਲਦਾ ਹੈ ਉਸੇ ਦਾ ਨਾਂ ਲੈ ਲੈਂਦਾ ਵੀ ਇਹ ਮੇਰਾ ਪਿਤਾ ਬੋਲਦਾ, ਮੇਰੀ ਮਾਤਾ ਦੀ ਆਵਾਜ਼ ਹੈ, ਆ ਮੇਰੇ ਭਰਾ ਦੀ, ਆ ਭੈਣ ਦੀ। ਬੱਚਾ ਸੁਣ ਕੇ ਹੀ ਦੱਸ ਦਿੰਦਾ ਹੈ। ਪ੍ਰਿਥਕ ਪ੍ਰਿਥਕ ਕਰ ਤਾਹੇ ਬਤਾਵੈ। ਆ ਪੁੱਛਣ ਵਾਲੇ ਨੂੰ ਕੱਲਾ ਕੱਲਾ ਦੱਸ ਦਿੰਦਾ ਵੀ ਫਲਾਣਾ ਬੋਲਦਾ ਆ, ਦੂਜਾ ਬੋਲਦਾ ਹੈ। ਇਹ ਮਮ ਪਿਤਾ ਬਾਕ ਇਹ ਮਾਤਾ। ਇਹ ਮੇਰੀ ਪਿਤਾ ਦੀ ਬੋਲੀ ਹੈ, ਆਵਾਜ਼ ਆ ਰਹੀ ਹੈ, ਹੁਣ ਮੇਰੀ ਮਾਂ ਬੋਲ ਰਹੀ ਹੈ। ਇਹ ਭਗਨੀ ਬਚ ਇਹ ਕਹਿ ਭਰਾਤਾ। ਇਹ ਭੈਣ ਦੀ ਆਵਾਜ਼ ਹੈ, ਆ ਮੇਰਾ ਭਰਾ ਬੋਲ ਰਿਹਾ ਹੈ। ਇਮ ਸਮਝਹਿ ਗੋ ਹੋਏ ਸਾਵਧਾਨਾ। ਤੋ ਭਾਈ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਸਾਡਾ ਵਰਦਾਨ ਹੈ, ਤੁਸੀਂ ਇਸ ਤਰ੍ਹਾਂ ਸਮਝ ਲਓ ਕਰੋਗੇ ਜਿਵੇਂ ਆਪ ਬੱਚਾ ਆਪਦੇ ਟੱਬਰ ਦੀ ਆਵਾਜ਼ ਸੁਣ ਸਿਆਣ ਕੇ ਬੁੱਝ ਲੈਂਦਾ ਹੈ ਵੀ ਫਲਾਣਾ ਬੋਲਦਾ, ਬੜੇ ਸਾਵਧਾਨ ਹੋ ਕੇ ਇਸ ਤਰ੍ਹਾਂ ਤੁਸੀਂ ਜਾਣ ਲਿਆ ਕਰੋਗੇ। ਲਿਖ ਗੁਰਬਾਣੀ ਸੁਫਲ ਮਹਾਨਾ। ਇਸ ਕਰਕੇ ਸ੍ਰੇਸ਼ਟ ਫਲ ਦੇਣ ਵਾਲੀ ਮਹਾਨ ਗੁਰਬਾਣੀ ਤੁਸੀਂ ਲਿਖਣੀ ਹੈ, ਵੀ ਤੁਸੀਂ ਸ਼ਬਦ ਪੜ੍ਹ ਕੇ ਪਤਾ ਲੱਗ ਜਾਇਆ ਕਰੂ ਤੁਹਾਨੂੰ ਭਾਈ ਗੁਰਦਾਸ ਜੀ ਸਾਡਾ ਵਰਦਾਨ ਹੈ ਵੀ ਇਹ ਕਿਹੜੇ ਪਾਤਸ਼ਾਹ ਦਾ ਸ਼ਬਦ ਆ ਰਿਹਾ ਹੈ। ਇਮ ਸੁਨ ਕੈ ਭਾਈ ਗੁਰਦਾਸੂ। ਇਸ ਤਰ੍ਹਾਂ ਦਾ ਵਰਦਾਨ ਸੁਣ ਕੇ ਭਾਈ ਗੁਰਦਾਸ ਸਾਹਿਬ ਧਰਿਓ ਸੀਸ ਪਗ ਪੰਕਜ ਪਾਸੂ। ਤੇ ਗਰੀਬ ਨਵਾਜ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਮੱਥਾ ਟੇਕਿਆ ਹੈ। ਕਿਰਪਾ ਦ੍ਰਿਸ਼ਟ ਗੁਰ ਕੀ ਤਬ ਪਾਈ। ਉਧਰੋਂ ਮਹਾਰਾਜ ਨੇ ਮਿਹਰ ਭਰੀ ਦ੍ਰਿਸ਼ਟੀ ਕਰ ਦਿੱਤੀ, ਜਦੋਂ ਹੀ ਸੀਸ ਚਰਨਾਂ ਦੇ ਨਾਲ ਛੋਇਆ ਤੇ ਕਪਾਟ ਖੁੱਲ ਗਏ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬੜੀ ਕਿਰਪਾ ਪ੍ਰਾਪਤ ਕੀਤੀ। ਤੀਨ ਕਾਲ ਗਿਆਤਾ ਹੋਏ ਆਈ। ਤੇ ਭਾਈ ਗੁਰਦਾਸ ਜੀ ਨੂੰ ਤਿੰਨਾਂ ਸਮਿਆਂ ਦੀ ਗਿਆਤ ਹੋ ਆਈ, ਪਿੱਛੇ ਕੀ ਲੰਘ ਗਿਆ, ਹੁਣ ਕੀ ਹੋ ਰਿਹਾ ਹੈ ਤੇ ਅੱਗੇ ਕੀ ਹੋਣਾ ਹੈ, ਸਭ ਕੁਝ ਐਨ ਬ੍ਰਹਮ ਗਿਆਨੀ ਬਣਾ ਦਿੱਤਾ ਹੈ। ਕਾਗਦ ਕੇ ਸੁਧਾਰ ਕਰ ਪਤਰੇ। ਫਿਰ ਭਾਈ ਗੁਰਦਾਸ ਸਾਹਿਬ ਦੀਆਂ ਕਾਗਜ਼ ਇਕੱਠਾ ਕੀਤਾ, ਕਾਗਜ਼ਾਂ ਦਾ ਪ੍ਰਬੰਧ ਕੀਤਾ, ਫਿਰ ਉਹ ਪੱਤਰਿਆਂ ਨੂੰ ਚੰਗੀ ਤਰ੍ਹਾਂ ਸੋਧਿਆ ਗਿਆ। ਰੁਚਿਰ ਪ੍ਰਮਾਨ ਕੀਨ ਤਬ ਕਤਰੇ। ਤੇ ਸਾਰੇ ਇੱਕੋ ਜਿਹੇ ਕਰਕੇ ਕੱਟੇ ਆ ਭਾਰ, ਸਾਰੇ ਜਿਹੜੇ ਅੰਗ ਹੈ ਪੱਤਰੇ ਅੰਗ ਜਿਹੜਾ ਕਾਗਜ਼ ਲੱਗਣਾ ਉਹ ਸਾਰਾ ਬਰਾਬਰ ਕੀਤਾ, ਕੱਟ ਕੇ ਇੱਕੋ ਜਿਹੇ ਮੇਚੇ ਦੇ ਕਰ ਲਏ ਐ। ਪਾਏ ਨੀਰ ਸਿਆਹੀ ਕਰ ਤਿਆਰੀ। ਤੇ ਫਿਰ ਜਲ ਪਾ ਕੇ ਨਾ ਰਾਮਸਰ ਸਾਹਿਬ ਸਰੋਵਰ ਦਾ ਜਲ ਪਾਇਆ ਸੀ ਖਾਲਸਾ ਜੀ, ਇਹ ਸਰੋਵਰ ਦਾ ਜਲ ਪਾ ਕੇ ਤੇ ਸ਼ਾਹੀ ਤਿਆਰ ਕੀਤੀ ਹੈ। ਗੁਰੂ ਸਿਮਰ ਲੇਖਣ ਕਰ ਧਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ, ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਤੋਂ ਸਭ ਮਹਾਰਾਜ ਨੂੰ ਸਿਮਰ ਕੇ ਅਰਦਾਸ ਕਰਕੇ ਭਾਈ ਗੁਰਦਾਸ ਸਾਹਿਬ ਦੀਆਂ ਹੱਥ ਵਿੱਚ ਕਲਮ ਪਕੜੀ ਹੈ। ਸ਼੍ਰੀ ਅਰਜਨ ਪੋਥੀ ਤਬ ਖੋਲੀ। ਇਧਰ ਭਾਈ ਗੁਰਦਾਸ ਦੀਆਂ ਕਲਮ ਪਕੜ ਲਈ ਹੈ, ਸ਼ਾਹੀ ਤਿਆਰ ਹੈ, ਕਾਗਜ਼ ਤਿਆਰ ਕੀਤੇ ਹੈ। ਉਧਰ ਸਾਹਮਣੇ ਬੈਠੇ ਤਖਤ ਤੇ ਸਤਿਗੁਰੂ ਅਰਜਨ ਦੇਵ ਜੀ ਹਜ਼ੂਰ ਨੇ ਪੋਥੀ ਖੋਲ੍ਹੀ ਹੈ, ਜਿਹੜੀ ਗੋਇੰਦਵਾਲ ਸਾਹਿਬ ਤੋਂ ਲਿਆਂਦੀਆਂ ਹਨ। ਹੇਤ ਲਿਖਾਵਣ ਗਿਰਾ ਅਮੋਲੀ। ਤੇ ਮੁੱਲ ਤੋਂ ਰਹਿਤ ਗੁਰਬਾਣੀ ਮਹਾਰਾਜ ਪੋਥੀ ਤੋਂ ਪੜ੍ਹ ਪੜ੍ਹ ਕੇ ਬੋਲ ਕੇ ਦੱਸੀ ਜਾਂਦੇ ਆ। ਪ੍ਰਥਮ ਸਿਮਰ ਸ਼੍ਰੀ ਨਾਨਕ ਨਾਮੂ। ਸਾਰਿਆਂ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਦਾ ਸਿਮਰਨ ਕੀਤਾ। ਨਮੋ ਕੀਨ ਧਰ ਧਿਆਨ
ਪਿਰਾਮੂ। ਤੇ ਹਜੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨਮਸਕਾਰ ਕੀਤੀ। ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰ ਕੇ ਸੁੰਦਰ। ਪੂਰਬ ਸ਼੍ਰੀ ਜਪ ਜੀ ਲਿਖਵਾਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਖਾਲਸਾ ਜੀ ਲਿਖਣਾ ਆਰੰਭ ਹੋਇਆ। ਸਾਰਿਆਂ ਤੋਂ ਪਹਿਲਾਂ ਜਪਜੀ ਸਾਹਿਬ ਦੀ ਪਾਵਨ ਗੁਰਬਾਣੀ ਲਿਖਾਈ ਗਈ ਹੈ, ਰੁਚਿਰ ਮੰਗਲਾ ਚਰਨ ਸੁਹਾਈ। ਜਿਸ ਵਿੱਚ ਪਰਮੇਸ਼ਰ ਦੇ ਮੰਗਲਾਚਾਰ ਹੈ, ਪਰਮੇਸ਼ਰ ਦੀ ਸੋਭਾ ਉਸਤਤੀ ਆਰੰਭ ਹੋਈ ਹੈ। ਪੌੜੀ 4.5 ਉਚਾਰੀ। ਤੇ ਗਰੀਬ ਨਵਾਜ ਮਹਾਰਾਜ ਨੇ ਮੰਗਲਾਚਰਨ ਰੂਪ ਜਪਜੀ ਸਾਹਿਬ ਜੀ ਦੀਆਂ 4.5 ਪੌੜੀਆਂ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਇਥੋਂ ਤੀਕਰ ਸੱਚੇ ਪਾਤਸ਼ਾਹ ਜੀ ਨੇ 4.5 ਪੌੜੀਆਂ ਪਰਮੇਸ਼ਰ ਦੀ ਉਸਤਤੀ ਵਿੱਚ ਮੰਗਲ ਰੂਪ ਉਚਾਰੀਆਂ ਹਨ। ਪਾਰ ਬ੍ਰਹਮ ਬਰਨਨ ਸੁਖਕਾਰੀ। ਤੇ ਭਾਈ ਗੁਰਦਾਸ ਜੀ ਲਿਖ ਰਹੇ ਹੈ, ਜਿਸ ਵਿੱਚ 4.5 ਪੌੜੀਆਂ ਵਿੱਚ ਉਸ ਬ੍ਰਹਮ ਪ੍ਰਭੂ ਪਰਮੇਸ਼ਰ ਦਾ ਸੋਭਾ ਗਾਈ ਗਈ ਹੈ। ਪਰਮੇਸ਼ਰ ਸੁਖ ਦੇਣ ਵਾਲੇ ਦਾ ਨਾਮ ਜਿਹੜਾ ਵਰਣਨ ਕੀਤਾ ਹੈ। ਡੇਢ ਬਿਖੈ ਗੁਰ ਮਹਿਮਾ ਕਹੀ। ਉਸ ਤੋਂ ਬਾਅਦ 1.5 ਪੌੜੀ ਅੱਗੇ ਫਿਰ 4.5 ਪੌੜੀਆਂ ਤੱਕ ਤਾਂ ਪਰਮੇਸ਼ਰ ਦੀ ਸੋਭਾ, ਤੇ ਉਸ ਤੋਂ ਬਾਅਦ ਫਿਰ 4.5 ਪੌੜੀ ਤੋਂ ਅੱਗੇ 6 ਪੌੜੀਆਂ ਤੱਕ ਗੁਰੂ ਦੀ ਸੋਭਾ ਕੀਤੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸੰਭਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਤੇ 6 ਪੌੜੀਆਂ ਹੋ ਗਈਆਂ। 6 ਪੌੜੀਆਂ 4.5 ਪਰਮੇਸ਼ਰ ਦੀ ਉਸਤਤ, ਤੇ 1.5 ਪੌੜੀ ਉਸ ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਦੀ ਸੋਭਾ ਗਾਉਣਾ ਕੀਤੀ ਹੈ। ਕੀਨ ਮੰਗਲਾ ਚਰਨੈ ਸਹੀ। ਇਸ ਤਰ੍ਹਾਂ ਗੁਰੂ ਦਾ ਮੰਗਲਾਚਰਨ ਕੀਤਾ ਹੈ। ਗੁਰ ਕੈਸਾ ਹੈ। ਜੇ ਜੁਗ ਚਾਰੇ ਲਿਖੀ ਸੋ ਫੇਰੇ। ਉਸ ਤੋਂ ਬਾਅਦ ਫਿਰ ਜੇ ਜੁਗ ਚਾਰੇ ਆਰਜਾ ਦੀ ਪਾਵਨ ਪਵਿੱਤਰ ਜਿਹੜੀ ਪੌੜੀ ਲਿਖਣਾ ਕੀਤੀ। ਇਸ ਮਹਿ ਭਨਿਓ ਵਿਰਾਗ ਵਡੇਰੇ। ਜਿਸ ਵਿੱਚ ਬੜਾ ਵਿਰਾਗ ਕਥਨ ਕੀਤਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾ ਅਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਤੋ ਇਸ ਪੌੜੀ ਵਿੱਚ ਮਹਾਰਾਜ ਨੇ ਵਿਰਾਗ ਦਾ ਕਥਨ ਕੀਤਾ ਹੈ ਵੀ ਮਹਾਰਾਜ ਜਿੰਨੀ ਮਰਜ਼ੀ ਜੇ ਜੁਗ ਚਾਰੇ ਆਰਜਾ, 4 ਯੁੱਗ ਉਮਰ ਲੰਮੀ ਹੋ ਜਾਵੇ, ਹੋਰ ਦਸੂਣੀ ਹੋਏ, ਇਦੋਂ ਵੀ ਵੱਡੀ ਹੋ ਜਾਵੇ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਈ, 9 ਖੰਡਾਂ ਵਿੱਚ ਵਡਿਆਈ ਹੁੰਦੀ ਹੋਵੇ। ਤੋ ਇਸ ਤਰ੍ਹਾਂ ਇਹ ਪਰਮੇਸ਼ਰ ਤੇਰੇ ਨਾਮ ਤੋਂ ਬਿਨਾਂ ਫੇਰ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜਾ ਜੀਵ ਉਹ ਦੋਸ਼ੀ ਹੈ, ਉਹ ਸੋਭਾ ਨਹੀਂ ਪਾਵੇਗਾ ਸੰਸਾਰ ਤੇ ਆਇਆ ਹੋਇਆ। ਭਾਵ ਵੀ ਇਹ ਵਿਰਾਗ ਪਰਮੇਸ਼ਰ ਦੇ ਨਾਮ ਤੋਂ ਜਿਹੜੇ ਹੀਣੇ ਆ ਉਹਨਾਂ ਦੇ ਪਰਥਾਏ ਸੇਧ ਦੇਣ ਵਾਸਤੇ ਹਜ਼ੂਰ ਨੇ ਵਿਰਾਗਮਈ ਪੌੜੀ ਉਚਾਰਨ ਕੀਤੀ ਹੈ। ਸ਼ਰਵਨ ਮਹਾਤਮ ਚਾਰ ਮਝਾਰੀ। ਉਸ ਤੋਂ ਬਾਅਦ ਖਾਲਸਾ ਜੀ ਮਹਾਰਾਜ ਜੀਆਂ ਨੇ ਫਿਰ ਸ਼ਰਵਣ ਸੁਣਨ ਦਾ ਮਹਾਤਮ ਦੀਆਂ 4 ਪੌੜੀਆਂ ਵੀ ਸੁਣਨ ਦਾ ਮਹਾਤਮ ਕੀ ਹੈ ਸੁਣਿਆ। ਸਿੱਧ ਪੀਰ ਸੁਰਨਾਥ ਤੋਂ ਫਿਰ ਸੁਣਿਆ ਈਸਰ ਬਰਮਾ ਇੰਦ, ਫਿਰ ਸੁਣਿਆ ਸਤ ਸੰਤੋਖ ਗਿਆਨ। ਇਸ ਤੋਂ ਬਾਅਦ ਗਰੀਬ ਨਵਾਜ ਨੇ ਸੁਣਿਆ ਸਰਾ ਗੁਣਾ ਕੇ ਗਾਹ। 4 ਪੌੜੀਆਂ ਸੁਣਨ ਦੀਆਂ ਵੀ ਗੁਰੂ ਦਾ ਉਪਦੇਸ਼ ਸੁਣਨ ਦਾ ਲਾਭ ਕੀ ਹੁੰਦਾ, ਉਹਦੀ ਮਹਿਮਾ ਕੀਤੀ ਹੈ। ਪੁਨਹ ਮੰਨਨ ਭਾਖਿਓ ਵਿੱਚ ਚਾਰੀ। ਫਿਰ 4 ਪੌੜੀਆਂ ਮੰਨਣ ਦੀਆਂ ਉਚਾਰਨ ਕੀਤੀਆਂ। ਮੰਨੇ ਕੀ ਗਤ ਕਹੀ ਨਾ ਜਾਏ, ਇੱਕ ਪੌੜੀ ਇਹ ਹੈ। ਫਿਰ ਇਸ ਤੋਂ ਬਾਅਦ ਮੰਨੈ ਸੁਰਤ ਹੋਵੈ ਮਨ ਬੁੱਧ, ਤੇ ਤੀਜੀ ਪੌੜੀ ਮੰਨੈ ਮਾਰਗ ਠਾਕ ਨਾ ਪਾਏ, ਚੌਥੀ ਮੰਨੈ ਪਾਵਹਿ ਮੋਖ ਦਵਾਰ। 4 ਪੌੜੀਆਂ ਹਜ਼ੂਰ ਨੇ ਗੁਰਬਾਣੀ ਸੁਣ ਕੇ ਤੇ ਉਹਨੂੰ ਮੰਨਣਾ ਕਿਵੇਂ ਹੈ। ਜਿਨ੍ਹਾਂ ਮੰਨਿਆ ਮੰਨੇ ਕੀ ਗਤ ਕਹੀ ਨਾ ਜਾਏ, ਜਿਨ੍ਹਾਂ ਮੰਨਿਆ ਉਹਨਾਂ ਦੀ ਵਡਿਆਈ ਕਹੀ ਨਹੀਂ ਜਾਂਦੀ ਭਾਈ। ਇਸ ਤਰ੍ਹਾਂ ਮੰਨਣ ਵਾਲਿਆਂ ਦੀ ਸੋਭਾ ਗਾਈ ਹੈ, ਮੰਨਣ ਦਾ ਫਲ ਦੱਸਿਆ। ਮੰਨੈ ਪਾਵਹਿ ਮੋਖ ਦਵਾਰ, ਜਿਹੜਾ ਮੰਨੇਗਾ ਗੁਰੂ ਦੀ ਇੱਕ ਸੁਣ ਲੈਣਾ ਪਰ ਮੰਨਣਾ ਨਾ। ਜਿਹੜਾ ਮੰਨੇਗਾ ਪਾਵਹਿ ਮੋਖ ਦਵਾਰ, ਉਹ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਮੰਨਣ ਦੀ ਸੋਭਾ ਗਾਉਣਾ ਕੀਤੀ ਹੈ। ਨਿਧਿ ਆਸਨ ਪੰਚੇ ਪਰਵਾਨ। ਤੇ 5 ਪ੍ਰਵਾਨ ਵਾਲੀਆਂ ਜਿਹੜੀਆਂ ਪੌੜੀਆਂ ਫਿਰ ਗਾਂ, ਜਿੱਥੇ ਅਸੰਖ ਜਾਪ ਅਸੰਖ ਭਾਵ ਏਕੇ ਤੇ ਅਸੰਖ ਮੂਰਖ ਇਹ, ਉਸ ਤੋਂ ਬਾਅਦ ਅਸੰਖ ਨਾਵ ਅਸੰਖ ਥਾਵ। ਇਹ 4 ਪੌੜੀਆਂ ਜਿਹੜੀਆਂ 5 ਪ੍ਰਵਾਨ ਤੋਂ ਲੈ ਕੇ ਅਸੰਖ ਨਾਵ ਤੀਕਰ, ਇਹ ਪੌੜੀਆਂ ਜਿਹੜੀਆਂ 4 ਹੈ, ਇਹਦੇ ਵਿੱਚ ਨਿਧਿਆਸਣ ਦਾ ਕਥਨ ਕੀਤਾ ਹੈ। ਨਿਧਿਆਸਣ ਹੁੰਦਾ ਖਾਲਸਾ ਜੀ ਜਿਵੇਂ 4 ਅੰਗ ਹੁੰਦੇ ਹੈ, 3
ਪਹਿਲਾਂ ਸੁਣਨਾ, ਫਿਰ ਮੰਨਣਾ, ਫਿਰ ਨਿਧਿਆਸਣ ਕਰਨਾ। ਸੁਣ ਲਿਆ ਉਪਦੇਸ਼, ਉਹ 4 ਪੌੜੀਆਂ। ਮੰਨਣਾ ਕਿਵੇਂ, ਜਾਂ ਮੰਨਣ ਦਾ ਲਾਭ ਕੀ ਆ, ਉਹ ਫਿਰ ਮਹਾਰਾਜ ਨੇ ਮੰਨੇ ਕੀ ਗਤ ਕਹੀ ਨਾ ਜਾ 4 ਪੌੜੀਆਂ ਇਹ ਲਿਖਵਾਈਆਂ। ਫਿਰ ਅੱਗੇ ਪੰਜ ਪ੍ਰਵਾਨ ਵਾਲੀ ਜਿਹੜੀ ਪੌੜੀ ਤੋਂ ਸ਼ੁਰੂ ਹੁੰਦੀਆਂ, ਅੱਗੇ 4 ਪੌੜੀਆਂ ਖਾਲਸਾ ਜੋ ਨਿਧਿਆਸਣ ਦੀਆਂ ਪੌੜੀਆਂ, ਵੀ ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ, ਜਾਂ ਕਮਾਈ ਦਾ ਫਲ ਕੀ ਹੈ। ਸੁਣ ਲੈਣਾ, ਸੁਣ ਕੇ ਮੰਨ ਵੀ ਲੈਂਦੇ ਆ, ਪਰ ਕਮਾਉਣਾ ਬੜਾ ਔਖਾ ਹੈ। ਕਮਾਉਣ ਤੋਂ ਬਾਅਦ ਹੀ ਸਾਧ ਸੰਗਤ ਜੀ ਜਿਹੜਾ ਹੈ ਉਹ ਅਸਲੀ ਆਨੰਦ ਪ੍ਰਾਪਤ ਹੁੰਦਾ ਹੈ। ਤੋ ਮਹਾਰਾਜ ਨੇ 4 ਪੌੜੀਆਂ ਫਿਰ ਨਿਧਿਆਸਣ ਦੀਆਂ ਕਥਨ ਕੀਤੀਆਂ ਨੇ। ਇਸ ਮਹਿ ਨੀਕੇ ਕੀਨ ਬਖਾਨ, ਚੰਗੀ ਤਰ੍ਹਾਂ ਨਾ 4 ਪੌੜੀਆਂ ਵਿੱਚ ਨਿਧਿਆਸਣ ਦਾ ਬੜਾ ਖੁਲਾਸਾ ਕੀਤਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਜਿੱਥੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ ਵਾਲੀ ਪੌੜੀ ਹੈ। ਸਾਖਿਆਤ ਪਰ ਇਹ ਤੁਕ ਚਾਰ, ਇਹ 4 ਤੁਕਾਂ ਜਿਹੜੀਆਂ ਸਾਖਿਆਤ ਪਰ ਹੈ, ਵੀ ਪਰਮੇਸ਼ਰ ਜਿਹੜਾ ਉਹ ਕਿਵੇਂ, ਜਿਹੜੀਆਂ ਤੁਕਾਂ ਨੇ ਨਾ ਇਹ ਸਖਿਆਤ ਉੱਪਰ ਨੇ, ਵੀ ਪਰਮੇਸ਼ਰ ਸਖਿਆਤ ਪ੍ਰਗਟ ਪ੍ਰਤੱਖ ਕਿਵੇਂ ਆ, ਵੀ ਸਭ ਨੂੰ ਚਲਾਉਣ ਵਾਲਾ ਉਹੀ ਹੈ ਨਾ। ਤੂੰ ਸਦਾ ਸਲਾਮਤ ਨਿਰੰਕਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਪਰਮੇਸ਼ਰ ਅਕਾਲ ਪੁਰਖ ਦੀ ਸ਼ੋਭਾ ਕੀਤੀ ਹੈ, ਵੀ ਉਹ ਪਰਮੇਸ਼ਰ ਸਭ ਦੇ ਕਰਨ ਕਾਰਨ ਵਾਲਾ ਪ੍ਰਗਟ ਪ੍ਰਤੱਖ ਹੈ। ਇਹ ਸੁੰਦਰ ਤੁਕਾਂ ਪਰਮੇਸ਼ਰ ਦੇ ਪ੍ਰਥਾਏ ਲਿਖੀਆਂ ਨੇ। ਇਹੋ ਕ੍ਰਮ ਪ੍ਰਥਮੈ ਵਰਣਨ ਕਰਿਓ, ਤੋ ਇਸ ਤਰ੍ਹਾਂ ਕਰਮਵਾਰ ਕਰਮ ਨਾ, ਇਹ ਸਾਰੀਆਂ ਹੀ ਪਹਿਲਾਂ ਜਪਜੀ ਸਾਹਿਬ ਦੀਆਂ ਪੌੜੀਆਂ 38 ਹਜ਼ੂਰ ਨੇ ਲਿਖਵਾਉਣਾ ਕੀਤੀਆਂ। ਜਪ ਅਰ ਵੇਦ ਅਰਥ ਇਕ ਧਰਿਓ, ਤੇ ਜਪਜੀ ਸਾਹਿਬ ਦਾ ਨਾਮ ਰੱਖਿਆ ਗੁਰਬਾਣੀ ਦਾ। ਪਹਿਲੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਕੀਤੀ। ਤੇ ਜਾਪ ਔਰ ਵੇਦ ਇੱਕੋ ਹੀ ਅਰਥ ਧਰਿਆ ਹੈ। ਵੇਦ ਦਾ ਅਰਥ ਖਾਲਸਾ ਜੀ ਜਾਣਨਾ ਹੁੰਦਾ, ਤੇ ਜਾਪ ਦਾ ਅਰਥ ਵੀ ਜਾਣਨਾ ਹੁੰਦਾ। ਜਪਜੀ ਸਾਹਿਬ ਪੜ੍ਹਨ ਦਾ ਲਾਭ ਵੀ ਇਹੀ ਨਾ, ਪਰਮੇਸ਼ਰ ਨੂੰ ਜਾਣਿਆ ਜਾਂਦਾ। ਤੋ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ ਦੀ ਇਹ ਸਿਧਾਂਤ ਤੇ ਢੁਕਦੀ ਹੈ ਪਾਵਨ ਪਵਿੱਤਰ ਜਪਜੀ ਸਾਹਿਬ ਜੀ ਦੀ ਬਾਣੀ। ਤੋ ਮਹਾਰਾਜ ਕਹਿੰਦੇ, ਕਵੀ ਜੀ ਕਹਿੰਦੇ, ਜਪਜੀ ਸਾਹਿਬ ਦਾ ਨਾਮ ਜਾਪ ਰੱਖਿਆ ਗਿਆ। ਵੇਦ ਇੱਕੋ ਹੀ ਅਰਥ ਹੈ, ਦੋਵਾਂ ਦਾ ਜਾਣਨਾ ਹੈ। ਬ੍ਰਹਮ ਜਾਣਬੇ ਕੇ ਇਹੋ ਨਾਮੂ, ਇਹ ਦੋਵੇਂ ਨਾਮ ਚਾਹੇ ਜਾਪ ਕਹੋ ਚਾਹੇ ਵੇਦ ਕਹੋ, ਇਹ ਬ੍ਰਹਮ ਨੂੰ ਜਾਣਨ ਦੇ ਹੀ ਨਾਮ ਹਨ, ਇੱਕੋ ਦੋਵੇਂ। ਦੋਨਾਹ ਪਦ ਸਮਸਰ ਅਭਿਰਾਮੂ, ਵੀ ਦੋਵਾਂ ਇਹਨਾਂ ਸ਼ਬਦਾਂ ਦਾ ਇੱਕੋ ਹੀ ਸੁੰਦਰ ਅਰਥ ਹੈ, ਪਰਮੇਸ਼ਰ ਬ੍ਰਹਮ ਨੂੰ ਜਾਣਨਾ। ਜਾਂ ਤੇ ਪ੍ਰਥਮ ਨਾਮ ਜਪ ਰਾਖਿਓ, ਇਸ ਲਈ ਇਸ ਦਾ ਨਾਮ ਪਹਿਲੀ ਬਾਣੀ ਦਾ ਜਪ ਰੱਖਿਆ ਗਿਆ। ਜਪ ਜੀ ਸਾਹਿਬ ਦਾ ਨਾਮ ਸਭ ਜਾਣਦੇ ਹਾਂ। ਸਭ ਗੁਰਬਾਣੀ ਕੋ ਇਹੋ ਭਾਖਿਓ, ਤੋ ਇਸ ਤਰ੍ਹਾਂ ਸਾਰੀ ਗੁਰਬਾਣੀ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਇਹ ਉਚਾਰ ਦਿੱਤੀ ਹੈ ਜਪਜੀ ਸਾਹਿਬ ਕੀ। ਕਹਿ ਲਗ ਕਹੋ ਮਹਾਤਮ ਬਾਨੀ, ਤੋ ਕਵੀ ਜੀ ਕਹਿੰਦੇ ਵੀ ਇਹ ਜਪਜੀ ਸਾਹਿਬ ਦਾ ਮਹਾਤਮ ਕਿੰਨਾ, ਪੜ੍ਹਨ ਦਾ ਕਿੱਥੋਂ ਤੱਕਰ ਦਸੀਏ। ਜ਼ਬਾਨ ਛੋਟੀ ਹੈ, ਇੱਕ ਹੈ, ਮਹਾਤਮ ਬਹੁਤ ਹੈ, ਸਾਰੀ ਉਮਰ ਵੀ ਕਥਨ ਕਰੀ ਜਾਈਏ। ਜਪਜੀ ਸਾਹਿਬ ਪੜ੍ਹੇ ਦਾ ਫਲ ਕਿੰਨਾ ਦੱਸਿਆ ਨਹੀਂ ਜਾ ਸਕਦਾ। ਜੋ ਸਭ ਕੀ ਸਿਰ ਮੌਰ ਬਖਾਨੀ, ਇਹ ਜਾਣ ਲਓ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸਾਰੀਆਂ ਬਾਣੀਆਂ ਮੰਤਰਾਂ ਤੰਤਰਾਂ ਚੋਂ ਜਪਜੀ ਸਾਹਿਬ ਨੂੰ ਸਭ ਤੋਂ ਸ਼੍ਰੋਮਣੀ ਗੁਰਬਾਣੀ ਆਖਿਆ ਹੈ। ਅਪਰ ਨ ਉੱਤਮ ਜਿਸ ਤੇ ਕੋਈ, ਇਸ ਗੁਰਬਾਣੀ ਤੋਂ ਉੱਤਮ ਉੱਤੇ ਵੱਡਾ ਹੋਰ ਕੋਈ ਮੰਤਰ ਤੰਤਰ ਨਹੀਂ ਹੈ। ਅਰ ਸੁਖੇ ਨਹੀਂ ਪ੍ਰਾਪਤ ਹੋਈ, ਤੇ ਸੌਖੀ ਪ੍ਰਾਪਤ ਹੋ ਜਾਂਦੀ, ਕਿਉਂਕਿ ਭਾਸ਼ਾ ਗੁਰਮੁਖੀ ਹੈ। ਪ੍ਰਥਮ ਰਾਗ ਸ਼੍ਰੀ ਰਾਗ ਲਿਖਾਵਾ, ਫਿਰ ਮਹਾਰਾਜ ਨੇ ਖਾਲਸਾ ਜੀ ਹੁਣ 13 ਅੰਗ ਗੁਰੂ ਗ੍ਰੰਥ ਸਾਹਿਬ ਦੇ ਹੁਣ ਦੇ ਸਮੇਂ ਦੇ, ਜਿਵੇਂ ਜਪਜੀ ਸਾਹਿਬ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਸੋਦਰ ਲਿਖਵਾਇਆ ਹੈ, ਉਹ ਕੁਝ ਸ਼ਬਦ ਜਿਹੜੇ ਰਹਿਰਾਸ ਸਾਹਿਬ ਦੇ ਹੈ। ਉਸ ਤੋਂ ਬਾਅਦ ਕੀਰਤਨ ਸੋਹਿਲਾ ਦਾ ਪਾਵਨ ਪਵਿੱਤਰ ਜਾਪ ਗੁਰਬਾਣੀ ਲਿਖਵਾਈ ਹੈ। ਫਿਰ ਮਹਾਰਾਜ ਨੇ ਰਾਗਾਂ ਵਿੱਚ ਗੁਰਬਾਣੀ ਸ਼ੁਰੂ ਕੀਤੀ, ਜਿਸ ਦਾ ਪਹਿਲਾ ਰਾਗ ਮਹਾਰਾਜ ਨੇ ਸ਼੍ਰੀ ਰਾਗ ਲਿਖਵਾਉਣਾ ਕੀਤਾ। ਘਰ ਅਨੇਕ ਮਹਿ ਜਾਏ ਜੋ ਗਾਵਾ, ਤੇ ਅਨੇਕਾਂ ਘਰ ਸੁਰ ਤਾਲ ਅੰਦਰ ਇਹ ਗਾਇਆ ਜਾਂਦਾ ਸ਼੍ਰੀ ਰਾਗ ਜੋ ਰਾਗ ਹੈ। ਕਿਤ ਕੇ ਲਿਖੇ ਜਬ ਬੂਝਤ ਭਏ, ਕੁਝ ਕੁ ਸ਼ਬਦ ਜਦੋਂ ਸ਼੍ਰੀ ਰਾਗ ਦੇ ਲਿਖੇ ਗਏ ਨਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੂੰ ਪੁੱਛਣ ਲੱਗੇ ਆ। ਕਾਹੋ ਗੁਰਦਾਸ ਜਾਨ ਭੀ ਲਏ, ਆਖਿਆ ਭਾਈ ਗੁਰਦਾਸ ਜੀ
ਗੁਰਬਾਣੀ ਦੇ ਸ਼ਬਦ ਤਾਂ ਲਿਖੀ ਜਾਂਦੇ ਹੋ, ਇਕੱਲੇ ਲਿਖ ਹੀ ਰਹੇ ਹੋ ਕਿ ਕੁਝ ਜਾਣਿਆ ਵੀ ਇਸ ਦੇ ਵਿੱਚੋਂ? ਹਾਥ ਜੋੜ ਕੈ ਬਾਕ ਬਖਾਨਿਓ। ਤੇ ਭਾਈ ਗੁਰਦਾਸ ਜੀਆਂ ਨੇ ਹੱਥ ਜੋੜ ਕੇ ਮਹਾਰਾਜ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਹੈ। ਰਾਵਰ ਕੀ ਕਰਨਾ ਤੇ ਜਾਣਿਓ। ਮਹਾਰਾਜ ਆਪ ਜੀ ਕੀ ਬਹੁਤ ਕਿਰਪਾ ਹੈ। ਮਹਾਰਾਜ ਪੁੱਛਦੇ ਆ ਵੀ ਪਤਾ ਵੀ ਲੱਗਦਾ ਵੀ ਸ਼ਬਦ ਕਿਹੜੀ ਪਾਤਸ਼ਾਹੀ ਦਾ ਹੈ ਕਿ ਲਿਖੀ ਜਾਂਦੇ ਹੋ ਕੱਲਾ? ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਤੁਹਾਡੀ ਬੜੀ ਦਇਆ ਹੈ, ਤੁਹਾਡੀ ਦਇਆ ਕਿਰਪਾ ਨਾਲ ਸਭ ਕੁਝ ਪਤਾ ਲੱਗ ਰਿਹਾ ਹੈ। ਪਤ ਕੋ ਬਚ ਬਹ ਨਰ ਨ ਮਝਾਰੀ। ਮਹਾਰਾਜ ਇਹ ਤਾਂ ਇਸ ਤਰ੍ਹਾਂ ਹੁਣ ਅਨੁਭਵ ਹੋ ਗਿਆ ਤੁਹਾਡੀ ਦਇਆ ਨਾਲ। ਜਿਵੇਂ ਪਤੀ ਹੋਵੇ ਨਾ ਕਿਸੇ ਇਸਤਰੀ ਦਾ, ਪਤੀ ਬ੍ਰਤਾ ਮਾਈ ਦਾ, ਇਸਤਰੀ ਦਾ ਘਰ ਵਾਲਾ, ਚਾਹੇ 100 ਬੰਦੇ ਦੇ ਵਿੱਚ ਵੀ ਖੜਾ ਹੋਵੇ, ਲੇਤ ਪਛਾਨ ਦੁਰੀ ਜਿਮ ਨਾਰੀ। ਤੇ ਨਾਰੀ ਘਰ ਵਿੱਚ ਵੀ ਹੋਵੇ, ਬਾਹਰ ਉਹਦੀ ਆਵਾਜ਼ ਸੁਣ ਕੇ ਹੀ ਦੱਸ ਦਿੰਦੀ 100 ਬੰਦੇ ਚੋਂ ਵੀ ਮੇਰੇ ਪਤੀ ਦੀ ਆਵਾਜ਼ ਕਿਹੜੀ ਹੈ। ਤਿਮ ਪੋਥੀ ਪਰ ਤੇ ਗੁਰਬੈਨ। ਇਸੇ ਤਰ੍ਹਾਂ ਹੀ ਮਹਾਰਾਜ ਵੀ ਇਹਨਾਂ ਪੋਥੀਆਂ ਤੋਂ ਜਿਹੜੇ ਸਤਿਗੁਰਾਂ ਦੇ ਸ਼ਬਦ ਗੁਰਬਾਣੀ ਹੈ, ਲਿਖੇ ਪਛਾਨ ਚਤੁਰ ਗੁਰ ਜੈਨ। ਉਹ ਚਾਰੇ ਪਾਤਸ਼ਾਹਾਂ ਦੇ ਸ਼ਬਦ ਮਹਾਰਾਜ ਮੈਨੂੰ ਸੁਤੇ ਹੀ ਪਤਾ ਲੱਗ ਰਹੇ ਆ, ਜਿਸ ਤਰ੍ਹਾਂ ਸਤਿਗੁਰਾਂ ਲਿਖੇ ਵੀ ਕਿਹੜੇ ਪਾਤਸ਼ਾਹੀ ਦਾ ਸ਼ਬਦ ਹੈ। ਅਪਰਣ ਕੇ ਜੋ ਸ਼ਬਦ ਬਣਾਏ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸ਼ਬਦ ਬਣਾਏ ਲਿਖੇ ਹਨ। ਪਰਖ ਪਰਖ ਕਰ ਸਰਬ ਹਟਾਏ। ਉਹ ਪਰਖ ਪਰਖ ਕੇ ਭਾਈ ਸਾਹਿਬ ਦੀ ਸਭ ਹਟਾਈ ਜਾਂਦੇ ਹਨ। ਕਹਿ ਇਮ ਗਇਓ ਇਕਾਕੀ ਪਏ। ਜਾਂ ਮਹਾਰਾਜ ਮੈਂ ਇਸ ਤਰ੍ਹਾਂ ਕਹਿ ਜਿਹੜਾ ਪਰਖ ਪਰਖ ਕੇ ਹਟਾ ਦਿੱਤੇ ਹੈ, ਇਸ ਤਰ੍ਹਾਂ ਕਹਿ ਕੇ ਨਾ ਤੇ ਭਾਈ ਗੁਰਦਾਸ ਜੀ ਗਏ ਚਲੇ। ਇਮ ਕਹਿ ਗਇਓ ਤੇ ਇਕਾਕੀ ਪਏ। ਗਰੀਬ ਨਵਾਜ ਗੁਰੂ ਪਾਤਸ਼ਾਹ ਮਹਾਰਾਜ ਜੀ ਇਕੱਲੇ ਰਹਿ ਗਏ ਹਨ ਇਕਾਂਤ ਦੇ ਵਿੱਚ। ਭਾਈ ਗੁਰਦਾਸ ਜੀ ਚਲੇ ਗਏ। ਇਸ ਤਰ੍ਹਾਂ ਕੁਝ ਗੁਰਬਾਣੀ ਲਿਖ ਕੇ ਪਹਿਲਾ ਦਿਨ ਜੂ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੰਬੂ ਵਿੱਚ ਇਕੱਲੇ ਹਨ। ਭਗਤ ਜੋ ਆਨ ਦਿਖਾਈ ਦਏ। ਜਿਹੜੇ ਭਗਤ ਹਨ ਨਾ ਖਾਲਸਾ ਜੀ 15 ਭਗਤ ਫਰੀਦ ਕਬੀਰ ਸਾਹਿਬ ਜੀ ਵਰਗੇ, ਉਹ ਮਹਾਂਪੁਰਖ ਆਏ ਸਾਰੇ ਭਗਤ ਰਲ ਕੇ, ਆਣ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਐ। ਜਿਨ ਦੇਖਣ ਤੇ ਹੋਤ ਉਧਾਰਾ। ਉਹ ਭਗਤ ਜਿਨ੍ਹਾਂ ਦੇ ਵੇਖਣ ਦੇ ਨਾਲ ਬੜਾ ਉਧਾਰ ਹੁੰਦਾ। ਹੁਣ ਸਾਧ ਸੰਗਤ ਜੀ ਬਾਬਾ ਫਰੀਦ ਸਾਹਿਬ ਜੀ 11ਵੀਂ 12ਵੀਂ ਸਦੀ 'ਚ ਹੋਏ ਐ। ਸਰੀਰ ਕਰਕੇ ਨਹੀਂ ਸਨ ਆਏ, ਪਰ ਸਰੀਰ ਕਰਕੇ ਵੀ ਆਏ ਜਾਣ ਲਓ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਹਨ। ਤੇ ਜਿਹੜੇ ਭਗਤ ਲੋਕ ਹੁੰਦੇ ਖਾਲਸਾ ਜੀ ਜਾਂਦੇ ਨਹੀਂ ਸੰਸਾਰ ਤੋਂ ਕਿਤੇ, ਇੱਥੇ ਹੀ ਹੁੰਦੇ ਆ। ਕੱਲਾ ਸਰੀਰ ਖਿੰਡਿਆ ਹੁੰਦਾ ਪੰਜੇ ਤੱਤ, ਤੇ ਉਹ ਹੁੰਦੇ ਹਾਜ਼ਰ ਨਾਜ਼ਰੀ ਆ ਸਦਾ। ਜਦੋਂ ਪਤਾ ਲੱਗਿਆ ਵੀ ਸਤਿਗੁਰੂ ਗੁਰਬਾਣੀ ਲਿਖ ਰਹੇ ਹੈ, ਪਰਮੇਸ਼ਰ ਆਪ ਸੰਸਾਰ ਦੀ ਕਲਿਆਣ ਵਾਸਤੇ 15 ਭਗਤ ਖਾਲਸਾ ਜੀ ਸਰੂਪ ਆਪਦੇ ਫਿਰ ਮੁੜ ਤੋਂ ਧਾਰ ਕੇ ਨਾ, ਹੋਰ ਨਹੀਂ ਕਿਸੇ ਨੂੰ ਦਿਖਾਲੀ ਦੇ ਰਹੇ, ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਵੇਖ ਰਹੇ ਹੈ। ਇਸ ਤਰ੍ਹਾਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਪਹੁੰਚੇ ਹਨ। ਸਤਿਗੁਰ ਦੀਨਨ ਕਰ ਪ੍ਰਤਿਪਾਰਾ। ਇਧਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀਨਾਂ ਨਿਮਾਣਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਐ। ਪਦ ਅਰਬਿੰਦ ਬੰਦਨਾ ਕੀਨਸ। ਇਹਨਾਂ ਦੇ ਚਰਨਾਂ ਤੇ ਆ ਕੇ ਭਗਤਾਂ ਨੇ ਨਮਸਕਾਰ ਕੀਤੀ ਹੈ। ਦਰਸ ਬਿਲੋਕ ਪ੍ਰੇਮ ਚਿਤ ਪੀਨਸ। ਮਹਾਰਾਜ ਦੇ ਦਰਸ਼ਨ ਕਰਕੇ ਬੜਾ ਚਿੱਤ ਭਿੱਜਿਆ ਹੈ। ਦਰਸ਼ਨ ਦੇਖ ਕੇ ਬੜਾ ਆਨੰਦ ਆਇਆ, ਪ੍ਰੇਮ ਉੱਠਿਆ ਹੈ। ਸਭ ਠਾਡੇ ਹੋਏ ਸਤਤ ਉਚਾਰੀ। ਸਭ ਭਗਤਾਂ ਨੇ ਮਹਾਰਾਜ ਦੇ ਸਾਹਮਣੇ ਖੜੇ ਹੋ ਕਰਕੇ ਹੱਥ ਜੋੜ ਕੇ ਬੜੀ ਜੈ ਜੈਕਾਰ ਕੀਤੀ ਸਤਿਗੁਰਾਂ ਦੀ। ਪਾਰ ਬ੍ਰਹਮ ਤੁਮ ਨਰ ਤਨ ਧਾਰੀ। ਆਖਿਆ ਸੱਚੇ ਪਾਤਸ਼ਾਹ ਜੀ ਤੁਸੀਂ ਹੋ ਤਾਂ ਪਰਮੇਸ਼ਰ, ਪਰ ਮਨੁੱਖਾ ਸਰੀਰ ਧਾਰ ਕੇ ਸੰਸਾਰ ਤੇ। ਘੋਰ ਜਾਨ ਕਲ ਜੁਗ ਕੋ ਕਾਲਾ। ਕਲ ਯੁਗ ਦਾ ਘੋਰ ਭਿਆਨਕ ਜਿਹੜਾ ਭੈੜਾ ਸਮਾਂ ਜਾਣ ਕੇ ਆਪ ਅਵਤਰੇ ਪ੍ਰਭੂ ਕਿਰਪਾਲਾ। ਤੇ ਜੀਵਾਂ ਦੀ ਕਲਿਆਣ ਵਾਸਤੇ ਇਹ ਪ੍ਰਭੂ ਪਰਮੇਸ਼ਰ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਰੂਪ ਹੋ ਕਰਕੇ ਅਵਤਾਰ ਧਰਿਆ ਹੈ। ਭਗਤ ਵਛਲ ਬਸ ਪ੍ਰੇਮ ਗੁਸਾਈ। ਆਪ ਭਗਤਾਂ ਦੇ ਵਛਲ ਪ੍ਰੇਮ ਕਰਨ ਵਾਲੇ ਹੋ, ਭਗਤਾਂ ਨੂੰ ਪਿਆਰ ਕਰਦੇ ਹੋ, ਪ੍ਰੇਮ ਦੇ ਵਸ ਹੋ। ਸ਼੍ਰੀ ਅਰਜਨ ਪੰਚਮ ਤਨ ਪਾਈ। ਭਾਵੇਂ ਗੁਰੂ ਨਾਨਕ ਪਾਤਸ਼ਾਹ ਵੀ ਆਪ ਹੀ ਹੋ। ਇਸ ਤਰ੍ਹਾਂ ਆਪ ਜੀਆਂ ਨੇ ਮਹਾਰਾਜ ਜੀ ਸਮਾਂ ਪਾ ਕੇ ਹੁਣ 5ਵਾਂ ਸਰੂਪ ਧਾਰਨਾ ਕੀਤਾ ਹੈ ਪਰਮੇਸ਼ਰ ਗੁਰੂ ਨਾਨਕ ਜੀ ਦਾ। ਭੁਜੰਗ ਛੰਦ ਮਹਾਰਾਜ ਰਾਜਨ ਰਾਜਾ ਬਿਰਾਜੋ। ਤੇ ਇਸ ਤਰ੍ਹਾਂ ਹੁਣ ਸੋਭਾ ਕਰਦੇ ਭਗਤ ਕਹਿੰਦੇ, ਹੇ ਗੁਰੂ ਅਰਜਨ ਦੇਵ ਜੀ ਆਪ ਰਾਜਿਆਂ ਤੋਂ ਵੀ ਵੱਡੇ ਰਾਜੇ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਸੁਭਾਏਮਾਨ ਹੋ ਰਹੇ। ਸਭੈ ਲੋਕ ਜਾਚੈ ਸੋ ਦਾਤਾ ਸਮਾਜੋ। ਜਿੰਨਾ ਸਾਜੋ ਸਮਾਨ ਦਾਤਾ ਹੈ
ਸਭ ਸੰਸਾਰ ਤੁਹਾਡੇ ਤੋਂ ਹੱਥ ਜੋੜ ਜੋੜ ਕੇ ਮੰਗਦਾ, ਆਪ ਸਭ ਨੂੰ ਦੇਣ ਵਾਲੇ ਦਾਤੇ ਹੋ। ਕਲੀ ਕਾਲ ਮੈਂ ਨਾਮ ਕੋ ਦਾਨ ਦੇਹੋ। ਆਪ ਜੀ ਦਾ ਅਵਤਾਰ ਹੋਇਆ ਕਲਯੁਗ ਦੇ ਸਮੇਂ ਅੰਦਰ ਜੀਵਾਂ ਨੂੰ ਨਾਮ ਦਾ ਦਾਨ ਦੇਣ ਵਾਸਤੇ। ਅਨੇਕਾਂ ਦਾਸਾਨ ਕੋ ਤਾਰ ਲੈਹੋ। ਅਨੇਕਾਂ ਦਾਸਾਂ ਨੂੰ ਨਾਮ ਦੀ ਦਾਤ ਦੇ ਦੇ ਕੇ ਸੰਸਾਰ ਤੋਂ ਦੁੱਖਾਂ ਤੋਂ ਤੁਸਾਂ ਤਾਰ ਦਿੱਤਾ। ਮਹਾ ਸਿੰਧ ਬੰਨੀ ਦਜਹਿ ਮੂੜ ਮਾਨੀ। ਆਪ ਜੀ ਸੱਚੇ ਪਾਤਸ਼ਾਹ ਪਰਮੇਸ਼ਰ ਸਰੂਪ ਹੋ ਤੇ ਗਰੀਬ ਨਵਾਜ ਆਪ ਮਹਾ ਸਿੰਧ ਬੰਨੀ। ਇਸ ਤਰ੍ਹਾਂ ਗਰੀਬ ਨਵਾਜ ਜੀ ਆਪ ਸਾਰਿਆਂ ਦੇ ਦਾਤੇ ਹੋ ਤੇ ਜਿਹੜੀ ਸੰਸਾਰ ਰੂਪੀ ਅੱਗ ਹੈ ਜਿਹਦੇ ਵਿੱਚ ਮਾਨੀ ਹੰਕਾਰੀ ਤੇ ਮੂਰਖ ਲੋਕ ਸੜ ਰਹੇ ਆ। ਤੁਹੀ ਏਕ ਰਾਖਾ ਕਿਰਪਾ ਜਾਹਿ ਠਾਨੀ। ਉਹਨਾਂ ਸਾਰਿਆਂ ਦੇ ਇੱਕੋ ਇੱਕ ਤੁਸੀਂ ਰਾਖੇ ਹੋ ਜਿਨ੍ਹਾਂ ਨੇ ਮੂਰਖਾਂ ਤੇ ਮੂਰਖ ਬੰਦਿਆਂ ਤੇ ਮਨਮੁਖਾਂ ਤੇ ਵੀ ਬੜੀ ਕਿਰਪਾ ਕੀਤੀ ਹੋਈ ਹੈ। ਸੋ ਪੰਥੰ ਸੁਖੇਨੰ ਦਿਖਾਵੋ ਸੰਦੋਹਾ। ਆਪ ਸਾਰਿਆਂ ਨੂੰ ਸੌਖਾ ਪੰਥ ਦਿਖਾ ਰਹੇ ਹੋ, ਪਰਮੇਸ਼ਰ ਦੀ ਪ੍ਰਾਪਤੀ ਦਾ ਸੌਖਾ ਰਾਹ ਦਿਖਾ ਰਹੇ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖ ਰਹੇ ਹੋ। ਵਿਕਾਰੰ ਵਿਦਾਰੋ ਜਪੇ ਨਾਸ਼ ਮੋਹਾ। ਮਹਾਰਾਜ ਜੀ ਤੁਸੀਂ ਵਿਕਾਰਾਂ ਵਿਸ਼ਿਆਂ ਦੇ ਨਾਸ਼ ਕਰਨ ਵਾਲੇ ਹੋ, ਤੁਹਾਡੇ ਦਰਸ਼ਨ ਕਰਕੇ ਮੋਹ ਦਾ ਨਾਸ਼ ਹੁੰਦਾ ਹੈ। ਤੁਹੀ ਬ੍ਰਹਮ ਗਿਆਨੀ ਬ੍ਰਹਮ ਰੂਪ ਤੇਰੋ। ਤੁਸੀਂ ਬ੍ਰਹਮ ਗਿਆਨੀ ਵੀ ਆਪ ਹੋ, ਭਰਾ ਬ੍ਰਹਮ ਨੂੰ ਜਾਣਨ ਵਾਲੇ ਵੀ ਆਪ ਹੋ ਤੇ ਬ੍ਰਹਮ ਰੂਪ ਵੀ ਆਪ ਹੋ। ਤੁਹੀ ਏਕ ਈਸੰ ਸਭੈ ਲੋਕ ਚੇਰੋ। ਤੁਸੀਂ ਈਸ਼ ਰੂਪ ਹੋ, ਮਾਇਆ ਸਬਲ ਹੋ ਸੱਚੇ ਪਾਤਸ਼ਾਹ। ਸਭ ਲੋਕ ਜਿੰਨੇ ਹੈ 14 ਭਵਨ ਹੈ ਜਾਂ ਜਿਹੜੇ ਤ੍ਰੈ ਲੋਕ ਹੈ ਜਾਂ ਜਿੰਨੇ ਸੰਸਾਰ ਦੇ ਜੀਵ ਸਾਰੇ ਤੁਹਾਥੋਂ ਮੰਗਣ ਵਾਲੇ ਮੰਗਤੇ ਤੁਹਾਡੇ ਚੇਲੇ ਦਾਸ ਹਨ। ਤੁਹੀ ਏਕ ਰੂਪੰ ਤੁਹੀ ਰੂਪ ਨਾਨਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਤੁਸੀਂ ਏਕ ਰੂਪੰ ਨਿਰਗੁਣ ਸਰੂਪ ਕਰਕੇ ਤੁਸੀਂ ਇੱਕ ਹੋ, ਸਰਗੁਣ ਸਰੂਪ ਕਰਕੇ ਨਾਨਾ ਹੋ ਰਹੇ ਹੋ। ਤੁਹੀ ਜੀਵ ਕਾ ਦੇ ਕਰੈ ਜੀਵ ਖਾਨਾ। ਜਾਂ ਬ੍ਰਹਮ ਰੂਪ ਹੋ ਕੇ ਇੱਕ ਹੋ ਤੇ ਜੀਵ ਰੂਪ ਹੋ ਕੇ ਅਨੇਕ ਹੋ। ਸਾਰਿਆਂ ਜੀਵਾਂ ਨੂੰ ਜੀਵਕਾ ਰੋਜੀ ਰੋਟੀ ਦੇਣ ਵਾਲੇ ਹੋ। ਸਾਰੇ ਜੀਵ ਤੁਹਾਡਾ ਦਿੱਤਾ ਖਾਂਦੇ ਹਨ। ਕਰੀ ਸੇਵ ਹੀਰੋ ਕਰਾਮਾਤ ਦਾਨੀ। ਜਿਹਦੀ ਸੇਵਾ ਕੀਤੀ ਹੋਈ ਵੇਖਦੇ ਉਹਨੂੰ ਕਰਾਮਾਤ ਦੇ ਦਾਨੀ ਹੋ ਜਾਂਦੇ ਹੋ, ਕਰਾਮਾਤਾਂ ਬਖਸ਼ਣ ਵਾਲੇ ਹੋ। ਗੁਣਗਯੰ ਸਰਬਯੰ ਕ੍ਰਿਤਗਯੰ ਪ੍ਰਮਾਨੀ। ਆਪ ਸੱਚੇ ਪਾਤਸ਼ਾਹ ਜੀ ਗੁਣਗਯੰ ਗੁਣਾਂ ਦੇ ਗਿਆਤਾ ਹੋ, ਸਰਬਗਯੰ ਆਪ ਸਰਬ ਗਿਆਤਾ ਵੀ ਹੋ ਜਾਂ ਸਾਰਿਆਂ ਗੁਣਾਂ ਦੇ ਗਿਆਤਾ ਹੋ। ਕ੍ਰਿਤਗਯੰ ਪਰਮਾਨੀ ਪਰ ਵਿਸ਼ੇਸ਼ ਕਰਕੇ ਮੰਨੇ ਜਾਂਦੇ ਹੋ। ਕਰਤਗਯੰ ਸਾਰੇ ਕਰਤਬਾਂ ਦੇ ਜਾਣਨੇ ਹਾਰੇ ਕਰਨੇ ਹਾਰੇ ਹੋ। ਅਮਾਨੰ ਸਮਾਨੰ ਸਮਾਨੰ ਬ੍ਰਿਤੀ ਹੈ। ਆਪ ਕੀਤੇ ਦੇ ਜਾਣਨ ਵਾਲੇ ਹੋ, ਭਲੀ ਪ੍ਰਕਾਰ ਸੱਚੇ ਪਾਤਸ਼ਾਹ ਐਸੇ ਦਇਆਨਿਧ ਹੋ, ਮਾਣ ਤੋਂ ਰਹਿਤ ਹੋ ਤੇ ਸਮਾਨੰ ਜੇ ਆਪ ਦੀ ਅਮਾਨੰ ਬੇਪਤੀ ਵੀ ਹੁੰਦੀ ਹੈ ਉੱਥੇ ਵੀ ਮਹਾਰਾਜ ਆਪ ਜੀ ਦੀ ਅਵਸਥਾ ਅਪਮਾਨ ਵਿੱਚ ਵੀ ਸਮਾਨ ਰਹਿੰਦੀ ਹੈ। ਸਮਾਨੰ ਬ੍ਰਿਤੀ ਹੈ, ਇਹੋ ਜਿਹੀ ਆਪ ਜੀ ਦੀ ਬਿਰਤੀ ਸਮਾਨ ਹੈ। ਚਾਹੇ ਮਾਣ ਸਤਿਕਾਰ ਹੋਵੇ ਚਾਹੇ ਕੋਈ ਬੇਪਤੀ ਕਰੇ, ਦੋ ਹਾਲਾਤਾਂ ਦੇ ਵਿੱਚ ਆਪ ਜੀ ਦੀ ਇੱਕੋ ਬਿਰਤੀ ਰਹਿੰਦੀ ਹੈ। ਉਦਾਰੰ ਅਪਾਰੰ ਨ ਕੈਸੇ ਮਿਤੀ ਹੈ। ਆਪ ਬੜੇ ਉਦਾਰ ਸਖੀ ਦਾਤੇ ਹੋ, ਪਾਰਾਵਾਰ ਤੋਂ ਰਹਿਤ ਹੋ। ਕਿਸੇ ਤਰ੍ਹਾਂ ਤੁਹਾਡੇ ਗੁਣਾਂ ਦੀ ਤੁਹਾਡੀਆਂ ਬਖਸ਼ਿਸ਼ਾਂ ਦੀ ਮਿਣਤੀ ਨਹੀਂ ਹੋ ਸਕਦੀ। ਤੁਹੀ ਦੀਨ ਬੰਧੂ ਦਇਆਵਾਨ ਦਾਤਾ। ਆਪ ਜੀ ਦੀਨਾਂ ਗਰੀਬਾਂ ਦੇ ਸੰਬੰਧੀ ਹੋ, ਇਸੇ ਤਰ੍ਹਾਂ ਮਹਾਰਾਜ ਦਇਆਵਾਨ ਵੀ ਹੋ, ਦਾਤਾਂ ਦੇਣ ਵਾਲੇ ਵੱਡੇ ਦਾਤੇ ਹੋ। ਪਏ ਬੰਸ ਬੇਦੀਨ ਵਿਚੈ ਬਖਿਆਤਾ। ਤੇ ਬੇਦੀਆਂ ਦੀ ਵੰਸ਼ ਵਿੱਚ ਆਪ ਜੀ ਗੁਰੂ ਨਾਨਕ ਪਾਤਸ਼ਾਹ ਸਰੂਪ ਹੋ ਕਰਕੇ ਅਵਤਾਰੇ ਪ੍ਰਗਟ ਹੋਏ। ਪੁਨੰ ਅੰਗਦੰ ਰੂਪ ਹੋਏ ਗੋਸਾਈ। ਫਿਰ ਆਪ ਮਹਾਰਾਜ ਜੀ ਦੂਸਰਾ ਸਰੂਪ ਪਰਮੇਸ਼ਰ ਜੀ ਸਰਗੁਣ ਸਰੂਪ ਗੁਰੂ ਅੰਗਦ ਪਾਤਸ਼ਾਹ ਜੀ ਦਾ ਹੋ ਗਏ। ਪਿਤਾ ਮੋਹਰੀ ਕੇ ਤ੍ਰਿਤੀ ਦੇਹ ਗਾਈ। ਤੀਜੀ ਦੇ ਤੁਸੀਂ ਮੋਹਰੀ ਦੇ ਪਿਤਾ ਭਾਵ ਗੁਰੂ ਅਮਰਦਾਸ ਜੀ ਦੀ ਧਾਰਨਾ ਕੀਤੀ ਹੈ, ਗਾਈ ਜਾਂਦੀ ਦੱਸੀ ਜਾਂਦੀ ਹੈ।
ਜਾਂ ਆਖੀ ਜਾਂਦੀ ਹੈ। ਗੁਰੂ ਰਾਮਦਾਸ ਪ੍ਰਕਾਸ਼ੇ ਬਹੋਰੀ। ਤੇ ਗੁਰੂ ਅਮਰਦਾਸ ਮਹਾਰਾਜ ਤੋਂ ਬਾਅਦ ਤੁਸੀਂ ਗੁਰੂ ਰਾਮਦਾਸ ਹੋ ਕਰਕੇ ਬੜੇ ਪ੍ਰਕਾਸ਼ਮਾਨ ਹੋਏ। ਪਏ ਪੰਚਮੇ ਆਪ ਰੂਪੰ ਬਹੋਰੀ। ਤੇ ਇਸ ਵਕਤ ਹੁਣ ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਪੰਜਵੇਂ ਸਰੂਪ ਗੁਰੂ ਨਾਨਕ ਜੀ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਹੋਏ ਹੋ। ਸਦਾ ਸ਼ਾਂਤ ਚਿੱਤੰ ਛਿਮਾਵੰਤ ਧੀਰੰ। ਮਹਾਰਾਜ ਆਪ ਸਦਾ ਸ਼ਾਂਤ ਚਿੱਤ ਵਾਲੇ ਹੋ, ਬੜੇ ਧੀਰਜ ਵਾਲੇ ਤੇ ਖਿਮਾ ਦੇ ਬਖਸ਼ਣ ਭਾਵ ਸਭ ਨੂੰ ਖਿਮਾ ਬਖਸ਼ਣ ਵਾਲੇ ਹੋ, ਔਗਣ ਨਹੀਂ ਚਿਤਾਰਦੇ ਕਿਸੇ ਦੇ। ਰਸੰ ਏਕ ਬ੍ਰਿਤੀ ਅਬੈਰੰ ਅਪੀਰੰ। ਕਿਸੇ ਨਾਲ ਬੈਰ ਨਹੀਂ ਕਰਨ ਵਾਲੇ, ਵੈਰ ਤੋਂ ਰਹਿਤ ਨਿਰਵੈਰ ਹੋ ਤੇ ਇੱਕ ਰਸ ਸਦਾ ਤੁਹਾਡੀ ਬਿਰਤੀ ਰਹਿੰਦੀ ਹੈ ਭਾਰੀ ਅੰਬੀ ਅਭੀਰੰ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪ ਗੁੱਝਿਆਂ ਤੋਂ ਗੁੱਝੇ ਹੋ ਗਰੀਬ ਨਵਾਜ। ਜਨੰ ਸਤ ਨਾਮੰ ਕਿਰਪਾ ਠਾਨ ਦੀਨੰ। ਇਸੇ ਤਰ੍ਹਾਂ ਗਰੀਬ ਨਵਾਜ ਆਪ ਜੀ ਸਭ ਤੇ ਮਿਹਰਾਮਤਾਂ ਕਰਦੇ ਹੋ। ਜਨੰ ਸਤ ਨਾਮੰ ਤੋ ਕਿਰਪਾ ਠਾਨ ਦੀਨੰ ਜੀ, ਜਿਹੜਾ ਆਪ ਜੀ ਦਾ ਜਨ ਸੇਵਕ ਸਤਨਾਮ ਜਪਣ ਵਾਲਾ ਹੈ ਉਹ ਤੇ ਕਿਰਪਾ ਠਾਣਦੇ ਹੋ। ਜਾਂ ਮਹਾਰਾਜ ਜੀ ਆਪ ਆਪਦੇ ਦਾਸ ਨੂੰ ਜਾਣਨੇ ਯੋਗ ਬਣਾ ਦਿੰਦੇ ਹੋ। ਸਤਨਾਮ ਜਿਹੜਾ ਪਰਮੇਸ਼ਰ ਹੈ, ਜਦੋਂ ਕਿਸੇ ਤੇ ਕਿਰਪਾ ਠਾਣ ਦਿੰਦੇ ਹੋ, ਕਿਰਪਾ ਕਰ ਦਿੰਦੇ ਹੋ। ਦੋ ਲੋਕ ਕੋ ਤਰਾਸ ਕੀਨੰ ਸੋਹੀਨੰ। ਆਪ ਜੀ ਨੇ ਸਤਿਗੁਰੂ ਜੀ ਦੋ ਲੋਕਾਂ ਜਿਹੜਾ ਹੈ ਆਪਣੇ ਭਗਤਾਂ ਦੇ ਦੋ ਲੋਕ ਸਵਾਰ ਦਿੱਤੇ ਆ, ਡਰ ਨਹੀਂ ਰਹਿਣ ਦਿੱਤਾ ਜਮਾਂ ਦਾ। ਲਖੈ ਨਾਹੀਂ ਤੋ ਕੋ ਪ੍ਰਮੰਗ ਧਾਰ ਮੂੜਾ। ਮਹਾਰਾਜ ਜੀ ਤੁਹਾਨੂੰ ਮੂਰਖ ਲੋਕ ਨਹੀਂ ਜਾਣ ਸਕਦੇ, ਜਿਹੜੇ ਇਹ ਮਝਧਾਰ ਸੰਸਾਰ ਵਿੱਚ ਜਿਹੜੇ ਗੁੱਝੇ ਹੋਏ ਨਾ, ਰੁੱਝੇ ਹੋਏ ਆ ਸੰਸਾਰ ਦੇ ਵਿੱਚ ਹੀ, ਜਿਹੜੇ ਲੱਗੇ ਹੋਏ ਸੰਸਾਰੀ ਲੋਕ ਆ ਉਹ ਨਹੀਂ ਜਾਣ ਪਾਉਂਦੇ ਆਪ ਪਰਮੇਸ਼ਰ ਹੋ। ਮਹਾ ਸੂਖਮੰ ਰੂਪ ਗੂਢਾਨ ਗੂਢਾ। ਆਪ ਮਹਾਰਾਜ ਵੱਡਿਆਂ ਤੋਂ ਵੱਡੇ ਤੇ ਸੂਖਸ਼ਮ ਤੋਂ ਸੂਖਸ਼ਮ ਰੂਪ ਆਪ ਜੀ ਦਾ ਹੈ। ਗੁੱਝਿਆਂ ਤੋਂ ਗੁੱਝੇ ਹੋ, ਛੋਟਿਆਂ ਤੋਂ ਛੋਟੇ, ਵੱਡਿਆਂ ਤੋਂ ਵੱਡੇ ਹੋ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। ਮਹਾਰਾਜ ਹੈ ਆਨੰਦ ਸਰੂਪ ਗੁਰੂ ਅਰਜਨ ਦੇਵ ਜੀ, ਤੁਹਾਡੀ ਸਦਾ ਜੈ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਸੀਂ ਤੁਹਾਡੀ ਜੈ ਜੈਕਾਰ ਕਰਦੇ ਹਾਂ। ਨਮਸਤੰ 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 ਬੇਲੰਦੋ। ਜਾਂ ਸਦਾ ਜੈ ਤ੍ਰੈ ਸਮੇਂ ਤਿੰਨਾਂ ਸਮਿਆਂ ਭੂਤ ਭਵਿੱਖ ਭਵਾਨ ਵਿੱਚ ਤੁਹਾਡੀ ਜੈ ਜੈਕਾਰ ਹੈ। ਮਹਾਰਾਜ ਅਸੀਂ ਨਮਸਤੰ ਮਨ ਕਰਕੇ, ਨਮਸਤੰ ਬਾਣੀ ਕਰਕੇ, ਨਮਸਤੰ ਸਰੀਰ ਕਰਕੇ, ਹੇ ਮਹਾਨ ਸਤਿਗੁਰੂ ਜੀ ਮਨ ਬਾਣੀ ਸਰੀਰ ਕਰਕੇ ਤੁਹਾਨੂੰ ਨਮਸਕਾਰਾਂ ਹਨ। ਸੁਧਾ ਬਾਕ ਬਕਤਰੰ ਸੋ ਚੰਦੈ ਮਨਿੰਦੋ। ਆਪ ਜੀ ਚੰਦਰਮਾ ਦੇ ਤੁੱਲ ਹੋ ਤੇ ਜਿਹੜੇ ਤੁਹਾਡੇ ਮੁਖੋਂ ਨਿਕਲੇ ਹੋਏ ਬਚਨ ਹੈ ਉਹ ਚੰਦਰਮਾ ਦੇ ਵਿੱਚੋਂ ਜਿਵੇਂ ਅੰਮ੍ਰਿਤ ਵਹਿੰਦਾ ਉਸ ਅੰਮ੍ਰਿਤ ਦੇ ਤੁੱਲ ਹਨ। ਹਿਰਦੈ ਨਾਮ ਵਾਸੈ ਬਰੰਦ ਗੋਬਿੰਦੋ। ਜਿਹਦੇ ਹਿਰਦੇ ਵਿੱਚ ਮਹਾਰਾਜ ਤੁਹਾਡਾ ਨਾਮ ਵਸ ਜਾਂਦਾ ਹੈ ਉਹਨੂੰ ਗੋਬਿੰਦ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਦਾ ਵਰਦਾਨ ਦੇ ਦਿੰਦੇ ਹੋ। ਦੋਹਰਾ ਇਮ ਅਸ਼ਟਕ ਭਗਤਨ ਪਨਿਓ। ਉਹ ਇਸ ਤਰ੍ਹਾਂ ਖਾਲਸਾ ਜੀ ਜਿਹੜੇ ਭਗਤ ਆਏ ਹੋਏ ਨਾ 15 ਸਾਰੇ, ਇਹਨਾਂ ਭਗਤਾਂ ਨੇ ਗਰੀਬ ਨਵਾਜ ਦੀ ਬੜੀ ਸੋਭਾ ਕੀਤੀ। ਕਵੀ ਜੀ ਕਹਿੰਦੇ ਉਹ ਸੋਭਾ ਨੂੰ ਅਸੀਂ ਅਸ਼ਟਕ ਭੁਜੰਗ ਪ੍ਰਿਆਤ ਛੰਦ ਵਿੱਚ ਕਥਨ ਕੀਤਾ। ਪੜਾ ਹੈ ਜੋ ਨਿਤ ਕਰ ਪ੍ਰੇਮ। ਇਸ ਛੰਦ ਨੂੰ ਅਸ਼ਟਕ ਭੁਜੰਗ ਛੰਦ ਨੂੰ ਜਿਹੜਾ ਪ੍ਰੇਮ ਕਰਕੇ ਰੋਜ਼ ਪੜ੍ਹੇਗਾ ਸੁਤ ਬਿਤਾਦ ਮਨ ਬਾਛਤੇ। ਉਹਨੂੰ ਪੁੱਤ ਤੋਂ ਆਦ ਜਿਹੜਾ ਮਾਇਆ ਹੈ ਹੋਰ ਬੜੇ ਮਨ ਬਾਂਝ ਤੇ ਮਨ ਇੱਛਤ ਜਿਹੜੇ ਫਲ ਹਨ। ਪਾਵਹਿ ਜਨ ਜੁਤ ਖੇਮ। ਤੇ ਸਮੇਤ ਮੁਕਤੀ ਦੇ ਪ੍ਰਾਪਤ ਕਰ ਲਵੇਗਾ ਜਿਹੜਾ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਦਾ ਛੰਦ ਪੜ੍ਹਿਆ ਸੁਣੇਗਾ ਤੇ ਗਾਵੇਗਾ। ਚੌਪਈ ਸੁਨ ਸ਼੍ਰੀ ਅਰਜਨ ਠਾਡੇ ਹਵੈ ਕੈ। ਇਸ ਤਰ੍ਹਾਂ ਸਾਧ ਸੰਗਤ ਜੀ ਭਗਤਾਂ ਨੇ ਸੋਭਾ ਕੀਤੀ ਸਤਿਗੁਰਾਂ ਦੀ, ਗਰੀਬ ਨਵਾਜ ਭਗਤਾਂ ਦੁਆਰਾ ਕੀਤੀ ਹੋਈ ਸੋਭਾ ਨੂੰ ਸੁਣ ਕੇ ਖੜੇ ਹੋ ਗਏ ਐ। ਮਧੁਰ ਬਾਕ ਤੇ ਆਦਰ ਕਹਿ ਕੈ। ਬੜਾ ਸਤਿਕਾਰ ਕੀਤਾ, ਮਿੱਠੇ ਬਚਨ ਬੋਲੇ ਭਗਤਾਂ ਤਾਈਂ। ਸਕਲ ਸਕਲ ਬਿਠਾਏ ਨਿਕਟ ਆਨੰਦੇ। ਤੇ ਆਨੰਦ ਸਹਿਤ ਮਹਾਰਾਜ ਨੇ ਸਾਰੇ ਭਗਤਾਂ ਨੂੰ ਆਪਦੇ ਪਾਸ ਬਿਠਾ ਲਿਆ ਹੈ। ਬੂਝਨ ਕਰੇ ਭਗਤ ਤਮ ਬ੍ਰਿੰਦੇ। ਤੇ ਮਹਾਰਾਜ ਨੇ ਉਹਨਾਂ ਸਾਰੇ ਭਗਤਾਂ ਨੂੰ ਫਿਰ ਪੁੱਛਣਾ ਕੀਤਾ ਹੈ। ਸਗਰੇ ਆਪਣੋ ਨਾਮ
ਨਾਮ ਸੁਨਾਵੋ। ਵੀ ਤੁਸੀਂ ਸਾਰੇ ਆਪੋ ਆਪਣਾ ਨਾਮ ਦੱਸੋ ਵੀ ਕਿਹੜੇ ਕਿਹੜੇ ਭਗਤ ਅੱਜ ਸਾਡੇ ਪਾਸ ਆਏ ਹਨ ਪੁਨ ਆਗਮ ਕੋ ਹੇਤ ਬਤਾਵੋ। ਤੇ ਆਏ ਕਿਉਂ ਹੋ ਸਾਡੇ ਪਾਸ, ਇਸ ਆਉਣ ਦਾ ਵੀ ਕਾਰਨ ਦੱਸੋ ਜੀ। ਕਿਸ ਪ੍ਰਕਾਰ ਤੁਮ ਕਰੁਣਾ ਕਰੀ। ਤੇ ਕਿਸ ਪ੍ਰਕਾਰ ਤੁਸੀਂ ਇੱਥੇ ਆਉਣ ਦੀ ਕਿਰਪਾ ਕੀਤੀ ਹੈ। ਮਹਾ ਸੁਫਲ ਮਿਲ ਬੇ ਤੁਮ ਕਰੀ। ਤੁਹਾਨੂੰ ਮਿਲਣ ਵਾਲੀ ਘੜੀ ਸਮਾਂ ਤਾਂ ਬੜਾ ਮਹਾਨ ਸਫਲ ਹੋ ਜਾਂਦਾ ਹੈ। ਬੜੀ ਕਿਰਪਾ ਕੀਤੀ ਹੈ ਭਗਤ ਜਨੋ, ਪਰਮੇਸ਼ਰ ਦੇ ਪਿਆਰਿਓ, ਆਪ ਜੀ ਆਇਓ ਕਿਉਂ ਆਇਓ। ਬਾਕੀ ਆਪੋ ਆਪਣੇ ਨਾਮ ਵੀ ਦੱਸਣਾ ਕਰੋ। ਕਹਿਓ ਕਬੀਰ ਜੋਰ ਜੁਗ ਹਾਥ। ਸਾਰਿਆਂ ਭਗਤਾਂ ਚੋਂ ਸ਼੍ਰੋਮਣੀ ਜਿਹੜੇ ਭਗਤ ਕਬੀਰ ਸਾਹਿਬ ਜੀ, ਇਹਨਾਂ ਹੱਥ ਜੋੜੇ ਮਹਾਰਾਜ ਦੇ ਅੱਗੇ, ਹੱਥ ਜੋੜ ਕੇ ਆਖਣ ਲੱਗੇ ਐ। ਸੁਨਹ ਸਕਲ ਸ੍ਰੀ ਅਰਜਨ ਨਾਥ। ਏ ਸੁਆਮੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਲਓ ਸੁਣੋ ਸਾਰਿਆਂ ਦੇ ਨਾਮ। ਬੇਣੀ ਨਾਮ ਦਾ ਨਾਮ ਦੇਵ ਰਵਿਦਾਸ। ਮਹਾਰਾਜਾ ਬਾਬਾ ਬੇਣੀ ਜੀ ਖੜੇ ਆ, ਭਗਤ ਨਾਮਦੇਵ ਜੀ ਨੇ, ਆ ਇਹਨਾਂ ਦੇ ਨਾਲ ਭਗਤ ਰਵਿਦਾਸ ਜੀ ਖੜੇ ਆ। ਪੀਪਾ ਸਧਨਾ ਸੈਣ ਪ੍ਰਕਾਸ਼। ਭਗਤ ਪੀਪਾ ਜੀ ਵੀ ਆਏ ਆ ਖੜੇ। ਮਹਾਰਾਜਾ ਭਾਈ ਸਦਨਾ ਜੀ ਭਗਤ ਨੇ, ਭਾਈ ਸੈਣ ਜੀ ਬੜੇ ਪ੍ਰਕਾਸ਼ ਹੋ ਰਹੇ ਤੁਹਾਡੇ ਸਨਮੁਖ ਹੀ। ਭੀਖਨ ਧੰਨਾ ਅਰ ਜੈ ਦੇਵ। ਤੇ ਮਹਾਰਾਜ ਜੀ ਬਾਬਾ ਜੈਦੇਵ ਜੀ ਖੜੇ ਆ, ਇਹਨਾਂ ਦੇ ਨਾਲ ਭਗਤ ਧੰਨਾ ਜੀ ਖੜੇ ਆ, ਭਗਤ ਭੀਖਣ ਜੀ ਵੀ ਆ ਤੁਹਾਡੇ ਸਨਮੁਖ ਹਨ। ਵਿਪਰ ਤ੍ਰਿਲੋਚਨ ਸ੍ਰੀ ਗੁਰਦੇਵ। ਤੇ ਬ੍ਰਾਹਮਣ ਤ੍ਰਿਲੋਚਨ ਜੀ ਖੜੇ ਆ। ਹੇ ਗੁਰੂਦੇਵ ਪਾਤਸ਼ਾਹ ਜੀ, ਆ ਵੇਖੋ ਭਗਤ ਤ੍ਰਿਲੋਚਨ ਜੀ ਵੀ ਆਪਦੇ ਦਰਸ਼ਨਾਂ ਨੂੰ ਆਏ ਹਨ। ਪਰਮਾਨੰਦ ਰਾਮਾਨੰਦ ਜਾਨੋ। ਮਹਾਰਾਜ ਆ ਬਾਬਾ ਪਰਮਾਨੰਦ ਜੀ ਖੜੇ ਐ, ਭਗਤ ਰਾਮਾਨੰਦ ਜੀ ਵੀ ਜਾਣਨਾ ਕਰੋ, ਆ ਸਾਡੇ ਪਾਸ ਆਏ ਖੜੇ ਹਨ। ਮੈਂ ਜੋ ਕਬੀਰ ਫਰੀਦ ਪ੍ਰਮਾਨੋ। ਮਹਾਰਾਜ ਦਾਸ ਦਾ ਨਾਮ ਭਗਤ ਕਬੀਰ ਹੈ। ਤੇ ਆ ਸੂਫੀ ਫਕੀਰ ਸੰਤ ਬਾਬਾ ਫਰੀਦ ਸਾਹਿਬ ਜੀ ਵੀ ਆਏ ਹੋਏ ਮੰਨੋ ਜੀ। ਸੂਰਦਾਸ ਜੁਤ 15 ਕਹੀਐ। ਤੇ ਸੂਰਦਾਸ ਜੀ ਵੀ ਆਏ ਹੋਏ ਆ। ਇਹਨਾਂ ਦੇ ਸਮੇਤ ਮਹਾਰਾਜਾ 15 ਦੇ 15 ਭਗਤ ਅਸੀਂ ਤੁਹਾਡੇ ਸਾਹਮਣੇ ਖੜੇ ਐ, ਆਪ ਜੀ ਵੇਖ ਰਹੇ ਹੋ। ਚਾਰ ਅਪਰ ਇਨ ਨਾਮ ਸੁਲਹੀਆ ਤੇ ਹੈ। 4 ਜਣੇ ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਹੋਰ ਵੀ ਆਏ ਐ, ਉਹਨਾਂ ਦਾ ਵੀ ਨਾਮ ਜਾਣਨਾ ਕਰੋ। ਮੂਸਨ ਮਸਕਨ ਸੰਮਨ ਇਹੋ। ਮਹਾਰਾਜਾ ਭਗਤ ਮੂਸਣ ਜੀ ਐ, ਮਸਕਣ ਜੀ ਭਾਵ ਪਤੰਗ ਜੀ, ਸਮਣ ਜੀ ਵੀ ਹਨ। ਚੌਥੋ ਦਾਸ ਜਮਾਲ ਲਖੈ ਹੋ। ਤੇ ਚੌਥਾ ਦਾਸ ਮਹਾਰਾਜ ਜਿਹੜਾ ਭਗਤ ਜਮਾਲ ਜੀ ਵੀ ਤੁਹਾਡੇ ਪਾਸ ਹਨ। ਅਬ ਆਗਮਨ ਕਾਜ ਸੁਨ ਲੀਜਹਿ। ਤੇ ਹੁਣ ਮਹਾਰਾਜ ਸੁਣੋ ਅਸੀਂ ਇੱਥੇ ਕਿਉਂ ਆਏ ਆ, ਤੁਹਾਡੇ ਪਾਸ ਆਉਣ ਦਾ ਕਾਰਜ ਸੁਣੋ ਜੀ। ਔਰ ਵਿਚਾਰ ਪੁਨ ਪੂਰਨ ਕੀਜਹਿ। ਤੇ ਸਾਡੇ ਆਉਣ ਦਾ ਕਾਰਨ ਸੁਣ ਕੇ ਤੁਸੀਂ ਹਿਰਦੇ 'ਚ ਵਿਚਾਰ ਕੇ ਸਾਡੀ ਇੱਛਾ ਪੂਰੀ ਕਰੋ ਹਜ਼ੂਰ। ਵੇਦ ਕਹੈ ਨਾਰਾਇਣ ਸਵਾਸ। ਮਹਾਰਾਜ ਸੰਸਾਰ ਵਿੱਚ ਨਾ ਜਿਹੜੇ ਵੇਦ ਹੈ ਉਹ ਨਾਰਾਇਣ ਪਰਮੇਸ਼ਰ ਦੇ ਸਵਾਸ ਆਖੇ ਜਾਂਦੇ ਹਨ। ਕਮਲਾਸਨ ਸੁਭ ਕੀਨ ਪ੍ਰਕਾਸ਼। ਤੇ ਆਖਿਆ ਸੁਣਿਆ ਵੀ ਬ੍ਰਹਮੇ ਨੇ ਉਹ ਵੇਦ ਸਾਰੇ ਮੁਖੋਂ ਆਖੇ ਹਨ। ਬਾਹਰ ਬਿਆਸ ਵਿਸਤਾਰ ਬਨਾਵਾ। ਉਸ ਤੋਂ ਬਾਅਦ ਬਿਆਸ ਵਰਗਿਆਂ ਰਿਸ਼ੀਆਂ ਨੇ ਇਹਨਾਂ ਦਾ ਬੜਾ ਵਿਸਥਾਰ ਕਰਕੇ ਅੱਗੇ ਉਪਨਿਸ਼ਦਾਂ ਤੇ ਹੋਰ ਜਿਵੇਂ ਵੇਦਾਂਤ ਆਦਿਕ ਸ਼ਾਸਤਰ ਬਣਾਏ ਆ। ਨਰਨ ਉਦਾਹਰਣ ਹੇਤ ਉਪਾਵਾ। ਇਹ ਸਾਰੇ ਗ੍ਰੰਥ ਜਿਹੜੇ ਬਣਾਏ ਆ, ਵੇਦ ਸ਼ਾਸਤਰ ਸਿਮਰਤੀਆਂ, ਇਹ ਮਨੁੱਖਾਂ ਦੇ ਉਧਾਰ ਵਾਸਤੇ ਬਣਾਏ ਹਨ। ਤਿਨ ਮਹਿ ਬਾਮ ਦੇਵ ਤੇ ਆਦ। ਇਸ ਤੋਂ ਬਾਅਦ ਕਹੇ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਹੜਾ ਵੈ ਵਾਮ ਵੇਦ ਆਦਿਕ ਦੀਆਂ ਜਿਹੜੀਆਂ ਸਾਖੀਆਂ ਹਨ ਤੇ ਹੋਰ ਵੀ ਜਿਹੜੇ ਮੁਨੀਆਂ ਦੇ ਝਗੜੇ ਆਦਿਕ ਲਿਖੇ ਹਨ, ਜਿਸ ਵਿੱਚ ਸਾਖੀ ਲਿਖੀ ਮੁਨੀਨ ਵਿਵਾਦ। ਜਿਸ ਵਾਮ ਵੇਦਾਂ ਦੇ ਵਿੱਚ ਮਹਾਰਾਜ ਜੀ ਸਾਖੀਆਂ ਲਿਖੀਆਂ ਹੋਈਆਂ, ਮੁਨੀਆਂ ਰਿਸ਼ੀਆਂ ਦੇ ਝਗੜੇ ਆਪਸ ਵਿੱਚ ਬੜੇ ਲਿਖੇ ਆ। ਦਿਨ ਬੇ ਦਿਨ ਕੋ ਦੂਸਰ ਰੂਪ। ਮਹਾਰਾਜ ਉਹਨਾਂ ਵੇਦਾਂ ਦਾ ਹੁਣ ਦੂਸਰਾ ਰੂਪ ਜੋ ਹੈ, ਰਚਨ ਲੱਗੇ ਮਤ ਗ੍ਰੰਥ ਅਨੂਪ। ਵੀ ਆਪ ਉਸੇ ਹੀ ਵੇਦਾਂ ਦਾ ਹੁਣ ਦੂਜਾ ਰੂਪ ਆ, ਵੇਦ ਨਾਮ ਵੀ ਗਿਆਨ ਦਾ ਹੁਣ ਦੂਜਾ ਰੂਪ ਆਪ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਵੇਂ ਲਿਖਣ ਲੱਗੇ ਹੋ, ਅਨੂਪਾ ਤੋਂ ਉਪਮਾ ਤੋਂ ਰਹਿਤ। ਲਿਖਾ ਇਹਾਂ ਸਾਖੀ ਭਗਤਨ ਕੀ। ਵੀ ਇਹ ਬੇਨਤੀ ਮਹਾਰਾਜ ਵੀ ਜਿੰਨੇ ਕਲਯੁਗ ਸਤਯੁਗ ਤੋਂ ਪਿੱਛੇ ਭਗਤ ਹੋਏ ਆ, ਮਹਾਰਾਜ ਉਹਨਾਂ ਸਾਰਿਆਂ ਭਗਤਾਂ ਦੀਆਂ ਆਪ ਜੀ ਸਾਖੀਆਂ ਵੀ ਲਿਖੋ ਜੀ। ਭਈ ਬਾਰਤਾ ਜਿਮ ਪ੍ਰਭ ਜਨ ਕੀ। ਮਹਾਰਾਜ ਜਿਵੇਂ ਤੁਹਾਡੇ ਜਣਾ
ਹੇ ਪ੍ਰਭੂ ਹੁਣ ਆਪ ਜੀ ਤੇ ਤੁਹਾਡੇ ਭਗਤ ਹੁੰਦੇ ਹੀ ਆਏ ਆ, ਭਗਤ ਪ੍ਰਹਿਲਾਦ, ਭਗਤ ਧਰੂ ਵਰਗੇ, ਉਹਨਾਂ ਸਾਰਿਆਂ ਦੀਆਂ ਸਾਖੀਆਂ ਮਹਾਰਾਜ ਜੀ ਆਪ ਜੀ ਲਿਖੋ ਗਰੀਬ ਨਵਾਜ, ਜਿਵੇਂ ਉਹਨਾਂ ਨਾਲ ਹੁੰਦਾ ਰਹਿਆ। ਕਲ ਜੁਗ ਘੋਰ ਮੰਦ ਮਤ ਜਾਣੇ, ਤਾਂ ਕਿ ਕਲਯੁਗ ਦੇ ਭੈੜੇ ਸਮੇਂ ਵਿੱਚ ਜਿਹੜੇ ਮਾੜੀ ਮੱਤ ਵਾਲੇ ਲੋਕ ਉਹ ਜਾਣ ਤਿਨ ਹਿਤ ਰਚਾ ਸੁਖੇ ਨ ਮਹਾਨੇ। ਆਪ ਸੌਖੀਆਂ ਵੀ ਭਾਵ ਉਹਨਾਂ ਦੀਆਂ ਸਾਖੀਆਂ ਤਾਂ ਹੈਨ ਮਹਾਰਾਜ, ਪਰ ਸੰਸਕ੍ਰਿਤ ਵਿੱਚ ਆ ਕੋਈ ਪੜ੍ਹ ਨਹੀਂ ਪਾਉਂਦਾ। ਤੇ ਜਿਹੜੇ ਵਿਚਾਰੇ ਮੰਦੀ ਮੱਤ ਵਾਲੇ ਆ, ਮੂਰਖ ਲੋਕ ਆ ਕਲਯੁਗ ਦੇ, ਜਿਨ੍ਹਾਂ ਦੀ ਉਮਰ ਵੀ ਥੋੜ੍ਹੀ ਹੈ ਤੇ ਪੜ੍ਹਨ ਵਿੱਚ ਬਹੁਤੀ ਰੁਚੀ ਵੀ ਨਹੀਂ ਰੱਖਦੇ ਮਹਾਰਾਜ, ਤੋ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਭਲੇ ਵਾਸਤੇ ਸੌਖੀ ਗੁਰਮੁਖੀ ਭਾਸ਼ਾ ਵਿੱਚ ਜਿਵੇਂ ਆਪ ਗ੍ਰੰਥ ਲਿਖ ਰਹੇ ਹੋ, ਸਾਡੀ ਬੇਨਤੀ ਹੈ ਵੀ ਭਗਤਾਂ ਦੀਆਂ ਸਾਖੀਆਂ ਵੀ ਇਹਦੇ ਵਿੱਚ ਕਿਰਪਾ ਕਰਕੇ ਲਿਖ ਦੇਵੋ। ਇਸ ਮਹਿ ਸ਼ਬਦ ਲਿਖਾਏ ਹਮਾਰੇ, ਤੇ ਸਾਡੇ ਸ਼ਬਦ ਮਹਾਰਾਜ ਜਿਹੜੇ ਨਾ ਉਹ ਵੀ ਆਪ ਇਹਨਾਂ ਦੇ ਵਿੱਚ ਲਿਖਵਾ ਦਿਓ ਜੀ। ਉਪਦੇਸ਼ਨ ਹਿਤ ਦੇਹੁ ਬਿਸਤਾਰੇ, ਤਾਂ ਕਿ ਇਹਨਾਂ ਦਾ ਵਿਸਥਾਰ, ਸਾਡੇ ਜਿਹੜੇ ਕਹੇ ਹੋਏ ਸ਼ਬਦ ਹੈ ਉਪਦੇਸ਼, ਉਹਨਾਂ ਦਾ ਵੀ ਵਿਸਤਾਰ ਹੋ ਸਕੇ, ਜੀਵਾਂ ਨੂੰ ਉਪਦੇਸ਼ ਹੋ ਸਕੇ ਭਲੇ ਦਾ। ਸ੍ਰੀ ਅਰਜਨ ਸੁਨ ਭਗਤਨ ਬਿਨਤੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਖਾਲਸਾ ਜੀ ਨਾਲ ਭਗਤਾਂ ਦੀ ਆਇਆਂ ਹੋਇਆਂ ਦੀ ਬੇਨਤੀ ਸੁਣ ਕਰ ਹੇਤ ਲਿਖਾਵਨ ਕੀਨ ਸੁਗਿਨਤੀ, ਤੇ ਵਿਚਾਰ ਕੀਤੀ ਹੈ ਲਿਖਾਉਣ ਵਾਸਤੇ, ਜੀਵਾਂ ਦੇ ਭਲੇ ਵਾਸਤੇ ਵੀ ਭਗਤਾਂ ਦੀ ਬਾਣੀ ਵੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਲਿਖੀ ਜਾਵੇ। ਸਭ ਹਿਨ ਸੋ ਸ੍ਰੀ ਗੁਰ ਫਰਮਾਇਓ, ਇਹ ਬੇਨਤੀ ਸੁਣ ਕੇ ਵਿਚਾਰ ਕੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਸਾਰਿਆਂ ਭਗਤਾਂ ਨੂੰ ਇਉਂ ਆਖਿਆ ਹੈ। ਪ੍ਰਥਮ ਜ ਤੁਮਨੇ ਕਛੂ ਬਨਾਇਓ, ਆਖਿਆ ਹੈ ਪ੍ਰੇਮੀ ਭਗਤ ਜਨੋ, ਇਸ ਤੋਂ ਪਹਿਲਾਂ ਇਹ ਬਾਬਾ ਕਬੀਰ ਜੀ ਸਾਰੇ ਭਗਤ ਸੁਣੋ ਭਾਈ, ਜਿਹੜਾ ਪਹਿਲਾਂ ਜੋ ਵੀ ਤੁਸੀਂ ਜਦੋਂ ਸਰੀਰ ਕਰਕੇ ਸੰਸਾਰ ਤੇ ਆਏ ਸੀ ਮਨੁੱਖਾ ਜਾਮਾ ਧਾਰ ਕੇ, ਉਦੋਂ ਜਿੰਨਾ ਵੀ ਤੁਸੀਂ ਮੂੰਹੋਂ ਕੋਈ ਸ਼ਬਦ ਉਚਾਰੇ, ਕੋਈ ਆਪਦੀ ਬਾਣੀ ਆਖੀ ਹੋਈ ਹੈ, ਸੋਨ ਚੜਾਵਹਿ ਗ੍ਰੰਥ ਮਝਾਰੀ, ਉਹ ਅਸੀਂ ਨੀਸ ਗ੍ਰੰਥ ਵਿੱਚ ਲਿਖਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਬਾਣੀ ਤੁਹਾਡੀ ਉਹ ਜਦੋਂ ਤੁਸੀਂ ਆਏ ਸੀ ਸੰਸਾਰ ਤੇ ਉਦੋਂ ਦੀ ਉਚਾਰੀ ਹੋਈ ਬਾਣੀ ਅਸੀਂ ਨਹੀਂ ਲਿਖਾਂਗੇ। ਉਹਦਾ ਕਾਰਨ ਸੀ ਖਾਲਸਾ ਜੀ ਵੀ ਉਹਦੇ ਵਿੱਚ ਰਲ ਗੱਡ ਬਹੁਤ ਹੋ ਚੁੱਕੇ ਸੀ ਕੋਈ ਬਾਣੀ, ਕਿਉਂਕਿ ਉਸ ਤੋਂ ਬਾਅਦ ਜਿੰਨੇ ਪੀਰ ਫਕੀਰ ਹੋਏ ਉਸ ਦੀ ਗੱਦੀ ਦੇ ਮਾਲਕ ਉਹਨਾਂ ਪ੍ਰਤਾਪ ਹੈ ਨਹੀਂ ਸੀ ਉਹਨਾਂ ਦਾ, ਤੇ ਜਿਵੇਂ ਜੀ ਕੀਤਾ ਫਿਰ ਲਿਖਦੇ ਗਏ। ਇਸ ਲਈ ਜਦੋਂ ਤੁਸੀਂ ਬਾਬਾ ਫਰੀਦ ਜੀ ਦੀ, ਭਗਤ ਕਬੀਰ ਸਾਹਿਬ ਜੀ ਦੀ ਜਾਂ ਉਹਨਾਂ ਭਗਤਾਂ ਦੀਆਂ ਜਿਹੜੀਆਂ ਸਾਖੀਆਂ ਪੜ੍ਹੋਗੇ ਨਾ, ਛਪੀਆਂ ਹੋਈਆਂ ਉਹਨਾਂ ਦੀਆਂ ਜਨਮ ਸਾਖੀਆਂ, ਉਹਦੇ ਵਿੱਚ ਜਿਹੜੀ ਬਾਣੀ ਉਚਾਰੀ ਹੋਈ ਹੈ ਨਾ ਭਗਤਾਂ ਵੱਲੋਂ, ਉਹ ਗੁਰੂ ਗ੍ਰੰਥ ਸਾਹਿਬ ਦੀ ਭਗਤ ਬਾਣੀ ਨਾਲ ਨਹੀਂ ਜੇ ਰਲਦੀ। ਉੱਥੇ ਕਈ ਫਿਰ ਸ਼ੰਕਾ ਕਰਦੇ, ਕਹਿੰਦੇ ਜੀ ਲਓ ਜੀ ਭਗਤਾਂ ਦੀ ਜਿਹੜੀ ਜਨਮ ਸਾਖੀ, ਉਹਨਾਂ ਦੀ ਜਨਮ ਦੀਆਂ ਸਾਖੀਆਂ, ਉਹਨਾਂ ਦੇ ਵਿੱਚ ਫਿਰ ਜੀ ਜਿਹੜੀ ਬਾਣੀ ਉਚਾਰੀ ਹੋਈ ਆ ਉਹ ਸਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਹੀ? ਪਿੱਛੇ ਜੇ ਇੱਕ ਨੇ ਵਿਵਾਦ ਵੀ ਉਠਾਇਆ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਮ ਤੇ, ਵੀ ਉਹਨਾਂ ਨੇ ਆਖਿਆ ਆਪਦੀ ਬਾਣੀ ਲਿਖੀ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਗਤ ਰਵਿਦਾਸ ਜੀ ਦੀ ਬਾਣੀ ਹੋਰ ਤਰ੍ਹਾਂ ਹੈ ਜੀ। ਉਹ ਸਾਧ ਸੰਗਤ ਜੀ ਮਹਾਰਾਜ ਨੇ ਲਿਖਣ ਤੋਂ ਇਨਕਾਰ ਕੀਤਾ ਸੀ, ਉਹਦੇ ਵਿੱਚ ਰਲਗੱਡ ਹੋਵੇਗਾ ਭਾਈ, ਠੀਕ ਆ ਤੁਸੀਂ ਸਾਡੇ ਪਾਸ ਆਇਓ ਭਗਤੋ, ਮੁੱਖੋਂ ਉਚਾਰੋ, ਤੁਹਾਡੇ ਵਿੱਚ ਸਭ ਕੁਝ ਹੈ, ਉਹ ਬਾਣੀ ਹੁਣੇ ਤਤਕਾਲ ਲਿਖੀ ਜਾਵੇਗੀ। ਇਸ ਲਈ ਸਾਖੀਆਂ ਜਿਹੜੀਆਂ ਭਗਤਾਂ ਦੀਆਂ ਜਨਮ ਸਾਖੀਆਂ, ਉਹਦੇ ਵਿੱਚ ਜਿਹੜੀ ਗੁਰਬਾਣੀ ਦੀ ਲਿਖਤ ਆਉਂਦੀ ਨਾ, ਬਾਣੀ ਦੀ ਲਿਖਤ ਆਉਂਦੀ ਨਾ ਜਿਹੜੀ ਭਗਤਾਂ ਦੀ ਬਾਣੀ ਦੀ, ਉਹ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਦੀ ਭਗਤ ਬਾਣੀ ਨਾਲ ਨਹੀਂ ਰਲਦੀ, ਥੋੜ੍ਹਾ ਅੰਤਰਾ ਹੈ। ਤੋ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ, ਹੇ ਭਗਤ ਜੀ ਇਸ ਤਰ੍ਹਾਂ ਹੈ ਕਿ ਆਪ ਜੀ ਨੇ ਜੋ ਸਰੀਰ ਕਰਕੇ ਜਦੋਂ ਸੰਸਾਰ ਤੇ ਆਏ ਸੀ, ਆਪ ਜੀ ਉਹ ਬਾਣੀ ਉਚਾਰੀ, ਉਹ ਨਹੀਂ ਲਿਖੀ ਜਾਵੇਗੀ ਇਸ ਵਿੱਚ। ਰਚਾ ਅਬ ਹੈ ਇਸ ਕੇ ਅਨੁਸਾਰੀ, ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਜੋ ਹੈ, ਅਬ ਕਲੂ ਆਇਓ ਰਿਕ ਨਾਮ ਬੋਵਹ ਅਨਰੂਤ ਨਾਹੀ ਮਤ ਭਰਮ ਭੂਲਹ ਆਇਓ ਪੜਨ ਸੁਣਨ ਕਉ ਬਾਣੀ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ। ਗਰੀਬ ਨਵਾਜ ਅਕਾਲ ਪੁਰਖ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੇ ਅਨੁਸਾਰ ਹੁਣ ਤੁਸੀਂ ਜੋ ਬਾਣੀ ਉਚਾਰੋਗੇ, ਜਥਾ ਕ੍ਰਮ ਬਾਣੀ ਸੋ ਬਣਾਓ, ਜਿਸ ਤਰ੍ਹਾਂ ਤੁਸੀਂ ਸਾਰੇ ਭਗਤ ਵਾਰ ਉਹ ਬਾਣੀ ਬਣਾਓਗੇ, ਹੁਣ ਇੱਥੇ ਤੁਰੰਤ ਤਤਕਾਲ ਉਚਾਰੋਗੇ। ਪ੍ਰਥਕ ਵਿੱਚ ਰਾਗ ਲਿਖਾਓ, ਉਹ ਅਸੀਂ ਵੱਖੋ ਵੱਖਰੇ ਰਾਗਾਂ ਵਿੱਚ ਵੰਡ ਕੇ ਤੁਹਾਡੀ ਸਾਰਿਆਂ ਦੀ ਬਾਣੀ ਲਿਖਾਂਗੇ। ਸੁਣ ਹਰਖੇ ਸਭ ਭਗਤ ਵਿਸਾਲਾ, ਸੁਣ ਕੇ ਸਾਰੇ ਭਗਤ ਖਾਲਸਾ ਜੀ ਬਹੁਤ ਪ੍ਰਸੰਨ ਹੋਏ ਐ। ਧੰਨ ਧੰਨ ਉਚਰਹਿ ਤਿਸ ਕਾਲਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਧੰਨ ਹੋ, ਇਸ ਤਰ੍ਹਾਂ ਉਚਾਰਦੇ ਹਨ। ਲੱਗੇ ਬਨਾਵਨ ਗਿਰਾ ਨਵੀਨ, ਤੇ ਬਾਣੀ ਫਿਰ ਭਗਤ ਵਾਰੀ ਭਗਤ ਕਬੀਰ ਸਾਹਿਬ ਜੀ ਪਹਿਲਾਂ, ਫਿਰ ਬਾਬਾ ਫਰੀਦ ਸਾਹਿਬ ਜੀ, ਫਿਰ ਬਾਬਾ ਨਾਮਦੇਵ ਜੀ,
ਸਾਰੇ ਭਗਤ ਮਹਾਰਾਜ ਨੂੰ ਵਾਰੀ-ਵਾਰੀ ਆਪਦੀ ਬਾਣੀ ਉਚਾਰ ਕੇ ਨਵੀਂ ਹੀ ਬੈਠ ਸਮੀਪੀ ਗੁਰੂ ਪ੍ਰਬੀਨ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਪ੍ਰਬੀਨ ਸਿਆਣੇ ਸੁਗੜ ਸਰੂਪ ਸਤਿਗੁਰਾਂ ਦੇ ਪਾਸ ਬਹਿ ਕੇ ਭਗਤ ਬਾਣੀ ਉਚਾਰਦੇ ਆ। ਉਹ ਭਗਤ ਬਾਣੀ ਦੇ ਸਿਰਲੇਖ ਹੇਠ ਮਹਾਰਾਜ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਣਾ ਕੀਤੀ। ਤੋ ਇਸ ਤਰ੍ਹਾਂ ਖਾਲਸਾ ਜੀ ਫਿਰ ਅੱਗੇ ਜਿਵੇਂ ਭਗਤ ਬਾਣੀ ਸਾਰੀ ਦੀ ਸਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਚੜਾਉਣਾ ਕੀਤੀ, ਲਿਖਣਾ ਕੀਤੀ। ਇਹ ਜਾਣਨਾ ਹੈ, ਕਈ ਕਹਿੰਦੇ ਜੀ ਉਹ ਭਗਤਾਂ ਦੀ ਬਾਣੀ ਅੱਗੇ ਦੀ ਅੱਗੇ ਮਹਾਰਾਜ ਦੇ ਪਾਸ ਹੈ। ਨਹੀਂ ਖਾਲਸਾ ਜੀ, ਭਗਤ ਆਪ ਆਏ ਸੀ ਬਾਣੀ ਲਿਖਾਉਣ ਵਾਸਤੇ। ਚਾਹੇ ਸਰੀਰ ਕਰਕੇ ਨਹੀਂ ਸੀ, ਉਦੋਂ ਥੋੜ੍ਹੇ ਭਗਤ ਸਨ ਜਾਂ ਕਹਿ ਲਓ ਨਹੀਂ ਸਨ, ਪਰ ਉਹ ਭਗਤ ਜਿਹੜੇ ਸੀ ਉਹ ਆਪ ਬਾਣੀ ਲਿਖਾਉਣ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਉਂਦੇ ਰਹੇ ਰੂਪ ਧਾਰ ਕੇ। ਫਿਰ ਅੱਗੇ ਪ੍ਰਸੰਗ ਆਵੇਗਾ ਖਾਲਸਾ ਜੀ, ਬ੍ਰਹਮੇ ਦੇ ਵੇਦ ਵੀ ਜਿਹੜੇ ਉਹ ਸਫਲੇ ਨਹੀਂ ਹੋਏ ਸੀ, ਸੰਸਾਰ ਤੇ ਆਏ। ਬ੍ਰਹਮਾ ਖਾਲਸਾ ਜੀ ਆਪ ਆਪਦੇ ਵੇਦ ਲੈ ਕੇ ਪਿੱਖੇ ਦਾ ਨਾਮ ਧਾਰ ਕੇ ਭਟਾਂ ਦੇ ਰੂਪ ਵਿੱਚ 17 ਭਟ ਆਏ। 16 ਜਿਹੜੇ ਭਟ ਸੀ, ਇੱਕ ਵੇਦ ਦੇ 4-4 ਰੂਪ ਹੋਏ। 4 ਚੌਕੇ 16 ਭਟ ਤੇ 17ਵੇਂ ਭਟ ਜਿਹੜੇ ਹੈ ਉਹ ਬ੍ਰਹਮਾ ਇੱਕ ਭਟ ਦਾ ਰੂਪ ਧਾਰ ਕੇ ਆਪਦੇ ਸਾਰੇ ਵੇਦ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਸਫਲੇ ਕਰਾਉਣ ਵਾਸਤੇ ਲੈ ਕੇ ਆਇਆ ਸੀ। ਤਾਂ ਜਿਹੜੀ ਭਟਾਂ ਦੀ ਬਾਣੀ ਉਹਦੀ ਭਾਸ਼ਾ ਨਹੀਂ ਰਲਦੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਪੜ੍ਹੋਗੇ ਨਾ, ਉਦੋਂ ਸਾਧ ਸੰਗਤ ਜੀ ਆਪ ਜੀ ਨੂੰ ਸਾਫ ਹੀ ਉੱਥੇ ਕਲ ਘੋਰ ਸਮੁੰਦਰ ਮੈਂ ਬੂਟ ਤਥੇ, ਉੱਥੇ ਜਦੋਂ ਗੁਰਬਾਣੀ ਭਗਤਾਂ ਦੀ ਬਾਣੀ ਪੜ੍ਹੀ ਜਾਂਦੀ, ਵਾਹਿਗੁਰੂ ਜਿਹੜੀ ਹੈ ਇਹਨਾਂ ਦੀ ਭਟਾਂ ਦੀ ਬਾਣੀ, ਉੱਥੇ ਸਾਧ ਸੰਗਤ ਜੀ ਉੱਥੇ ਉਹਨਾਂ ਦੀ ਭਾਸ਼ਾ ਜਦੋਂ ਉਹ ਜੇ ਕੋ ਉਹਦਾ ਉਚਾਰਨ ਗ੍ਰੰਥੀ ਸਹੀ ਨਹੀਂ ਕਰਦੇ, ਜਿਹੜੀ ਭਟਾਂ ਦੀ ਬਾਣੀ ਦੇ ਵਿੱਚ ਉਹਦਾ ਉਚਾਰਨ ਕੀਤਾ ਜਾਵੇ ਨਾ ਖਾਲਸਾ ਜੀ ਸਹੀ, ਤੋ ਉੱਥੇ ਫਿਰ ਸਾਫ਼ ਪ੍ਰਤੱਖ ਦਿਸਦਾ ਹੈ ਵੀ ਉਹਨਾਂ ਦੀ ਆਵਾਜ਼ ਜਿਹੜੀ ਵਾ ਉਹ ਉਸੇ ਤਰ੍ਹਾਂ ਹੀ ਫਿਰ ਬਾਣੀ ਜਦੋਂ ਬੋਲੀਏ ਪੂਰੇ ਅੱਖਰ ਤੋੜ ਬੋਲ ਕੇ, ਫਿਰ ਉਸੇ ਤਰ੍ਹਾਂ ਹੀ ਪਤਾ ਲੱਗਦਾ ਜਿਵੇਂ ਅੰਤ ਨਾ ਪਾਵ ਦੇਵ ਸਭੈ ਮਨ ਇੰਦਰ ਮਹਾ ਸਿਵ ਜੋਗ ਕਰੀ। ਤੋ ਇਸ ਤਰ੍ਹਾਂ ਖਾਲਸਾ ਜੀ ਉਹਦੇ ਵਿੱਚ ਜਿਵੇਂ ਐੜੇ ਪੈ ਜਾਂਦੇ ਅਗਲੇ ਪਾਸੇ, ਐੜੇ ਪੈ ਕੇ ਆਇਓ ਸ਼ਬਦ ਵਰਤਦੇ ਜ਼ਿਆਦਾ, ਉਹ ਵਰਤਦੇ ਗੁਰਬਾਣੀ 'ਚ ਆਇਓ ਸ਼ਬਦ ਹੀ ਵਰਤਿਆ ਹੋਇਆ, ਪਰ ਐੜੇ ਈੜੀ ਤੋਂ ਬਾਅਦ ਫਿਰ ਐੜਾ ਉਹਦੇ ਵਿੱਚ ਆਉਂਦਾ, ਪ੍ਰਤੱਖ ਥੱਲੇ ਉਹ ਲੱਗੇ ਹੋਏ ਆ ਅੱਧੇ ਐੜੇ। ਤੋ ਇਸ ਤਰ੍ਹਾਂ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਵੇਂ ਖਾਲਸਾ ਜੀ ਸਾਰਿਆਂ ਨੂੰ ਢੋਈ ਦਿੰਦੇ ਰਹੇ, ਮਿਹਰਾਮਤਾਂ ਕਰਦੇ ਰਹੇ। ਭਗਤ ਬਾਣੀ ਦਾ ਪਾਵਨ ਪਵਿੱਤਰ ਜਿਹੜਾ ਵੈ ਲਿਖਾਰਾ ਹੋਇਆ, ਲਿਖਤ ਹੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਵੈ ਸਾਜੇ ਜਾ ਰਹੇ ਸਾਡੀ ਕਲਿਆਣ ਵਾਸਤੇ, ਜਿਨ੍ਹਾਂ ਦੇ ਲੜ ਲੱਗ ਕੇ ਅਸੀਂ ਆਨੰਦ ਮਾਣਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਅਗਲਾ ਪ੍ਰਸੰਗ ਅਗਲੇ ਦੀਵਾਨ ਵਿੱਚ ਪੜ੍ਹ ਸੁਣ ਵਿਚਾਰਿਆ ਜਾਵੇਗਾ। ਇੱਥੇ ਖਾਲਸਾ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੁਣ ਹਰਖੇ ਸਭ ਭਗਤ ਬਿਸਾਲਾ, ਧੰਨ ਧੰਨ ਉਚਰਹਿ ਤਿਸ ਕਾਲਾ। ਲੱਗੇ ਬਨਾਵਨ ਗਿਰਾ ਨਵੀਨ, ਬੈਠ ਸਮੀਪੀ ਗੁਰੂ ਪ੍ਰਬੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।